ਆਪ ਸਭ ਦਾ ਸਵਾਗਤ ਕਰਦੇ ਹਾਂ ਆਨਲਾਈਨ ਕੈਲਗਰੀ ਪੰਜਾਬੀ ਕ੍ਰਿਸਚੀਅਨ ਚਰਚ ਦੇ ਵਿੱਚ। ਇੱਕ ਵਾਰ ਫਿਰ ਖੁਦਾ ਦੇ ਘਰ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਆ। ਖੁਦਾਵੰਦ ਦਾ ਬੜਾ ਸ਼ੁਕਰ ਆ, ਉਸਨੇ ਪ੍ਰੋਟੈਕਟ ਵੀ ਕੀਤਾ ਔਰ ਬਚਾ ਕੇ ਵੀ ਰੱਖਿਆ, ਔਰ ਅੱਜ ਸਾਨੂੰ ਇੱਕ ਨਵਾਂ ਦਿਨ ਦਿੱਤਾ ਕਿ ਅਸੀਂ ਉਸਦੇ ਨਾਲ ਜਿਹੜਾ ਸੀਗਾ ਉਹ ਮਿਲ ਕੇ ਉਸਦੀ ਪ੍ਰੇਜ਼ ਕਰ ਸਕੀਏ ਖੁਦਾਵੰਦ ਦੀ। ਸੋ ਖੁਦਾਵੰਦ ਦਾ ਬਹੁਤਾਤ ਵਿੱਚ ਅਸੀਂ ਧੰਨਵਾਦ ਕਰਦੇ ਹਾਂ। ਵਚਨ ਦੇ ਵਿੱਚੋਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਬੁੱਕ ਆਫ ਐਕਟ ਦੇ ਵਿੱਚੋਂ ਸਿੱਖ ਰਹੇ ਹਾਂ ਚੇਲਿਆਂ ਦੇ ਕਰਤੱਵ ਨਹੀਂ, ਪਵਿੱਤਰ ਆਤਮਾ ਦੇ ਕਰਤੱਵ, ਪਵਿੱਤਰ ਆਤਮਾ ਦੇ ਕੰਮਾਂ ਦੇ ਬਾਰੇ ਅਸੀਂ ਵਚਨ ਦੇ ਵਿੱਚੋਂ ਸਿੱਖ ਰਹੇ ਹੈਗੇ ਹਾਂ। ਔਰ ਅਸੀਂ ਪਹਿਲਾਂ ਦੇਖਿਆ ਸੀਗਾ ਕਿ ਚਰਚ ਦਾ ਬਰਥ ਹੋਇਆ, ਚਰਚ ਦਾ ਜਨਮ ਹੋਇਆ, ਔਰ ਫਿਰ ਅਸੀਂ ਚਰਚ ਦਾ ਲਾਸਟ ਵੀਕ ਪਹਿਲਾ ਸਰਮਨ ਦੇਖਿਆ। ਅਸੀਂ ਦੇਖਿਆ ਕਿ ਅਬਾਊਟ 3000 ਪੀਪਲ ਜਿਹੜੇ ਸੀਗੇ ਉਹ ਪ੍ਰਭੂ ਦੇ ਖਾਨਦਾਨ ਦੇ ਵਿੱਚ, ਯਸੂ ਰਾਜਾ ਕਹੇ ਸਾਰਾ ਖਾਨਦਾਨ, 3000 ਜਿਹੜੇ ਲੋਕ ਸੀਗੇ ਉਹ ਪ੍ਰਭੂ ਦੇ ਘਰ ਦੇ ਵਿੱਚ ਜਿਹੜਾ ਵਾਧਾ ਹੋਇਆ। ਔਰ ਫਿਰ ਜਿਹੜੀ ਅਰਲੀ ਚਰਚ ਜਿਹੜਾ ਅੱਜ ਅਸੀਂ ਉਹਦੇ ਦੇਖਦੇ ਹਾਂ, ਅਰਲੀ ਚਰਚ ਦੇ ਮਾਰਕਸ ਦੇਖਦੇ ਹਾਂ ਕਿ ਉਹ ਅਰਲੀ ਚਰਚ ਜਿਸ ਵੇਲੇ ਇੰਨੇ ਲੋਕ ਆਏ, ਅਸੀਂ ਉਹਨਾਂ ਦਾ ਸੁਭਾਅ ਦੇਖਦੇ ਹਾਂ, ਉਹਨਾਂ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਪਰਮੇਸ਼ਵਰ ਜਿਹੜਾ ਹੈਗਾ ਉਹ ਕੰਮ ਕਰਦਾ ਪਿਆ। ਔਰ ਅਸੀਂ ਵਚਨ ਦੇ ਇਸ ਹਿੱਸੇ ਵਿੱਚ ਦੇਖਦੇ ਹਾਂ ਜਿਸ ਵੇਲੇ ਅਸੀਂ ਉਸਦੀ 42ਵੀਂ ਆਇਤ ਦੇਖਦੇ ਹਾਂ ਤੇ ਅਸੀਂ ਵਚਨ 'ਚ ਦੇਖਦੇ ਹਾਂ ਕਿ all the believers devoted themselves, 4 pillars ਕਹਿ ਸਕਦੇ ਹਾਂ ਅਸੀਂ ਗ੍ਰੀਨ ਦੇ ਵਿੱਚ ਜੋ ਤੁਸੀਂ ਦੇਖ ਸਕਦੇ ਹਾਂ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ 4 ਮਾਰਕਸ ਜਿਹੜੇ ਸੀਗੇ ਅਰਲੀ ਚਰਚ ਦੇ ਮੇਨ ਜਿਹੜੇ ਆ ਚਰਚ ਨੂੰ ਮਜ਼ਬੂਤ ਕਰਨ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਆ ਜਿਨ੍ਹਾਂ ਦੀ। ਔਰ ਪਹਿਲਾ ਅਸੀਂ ਦੇਖਦੇ ਹਾਂ all the believers devoted themselves to the apostles' teaching, and second they devoted themselves to fellowship, and the third one they devoted themselves to share in the meals, Lord Supper ਵੀ ਔਰ ਉਦਾਂ ਵੀ ਜਿਹੜੀ ਮੀਲ ਕਰਦੇ ਸੀ। ਔਰ fourth one ਹੈਗਾ they devoted themselves to prayer। ਔਰ ਇਹ 4 ਮਾਰਕਸ ਜਿਹੜੇ ਹੈਗੇ ਅਸੀਂ ਅਰਲੀ ਚਰਚ ਵਿੱਚ ਬੁੱਕ ਆਫ ਐਕਟ ਦੇ ਵਿੱਚ ਅਸੀਂ ਅਗੇਨ ਐਂਡ ਅਗੇਨ ਜਿਹੜੇ ਅਸੀਂ ਵਚਨ ਦੇ ਵਿੱਚੋਂ ਦੇਖਦੇ ਰਵਾਂਗੇ ਕਿ ਕਿਸ ਤਰ੍ਹਾਂ ਪਰਮੇਸ਼ਵਰ ਜਿਹੜਾ ਹੈਗਾ ਇਹ ਮਾਰਕਸ ਜਿਹੜੇ ਆ ਇਹਨਾਂ ਦੇ ਰਾਹੀਂ ਚਰਚ ਨੂੰ ਜਿਹੜੀ ਆ ਬਰਕਤ ਦਿੰਦਾ ਹੈਗਾ। ਸੋ ਪਹਿਲਾ ਜਿਹੜਾ ਪੁਆਇੰਟ ਅਸੀਂ ਵਚਨ ਦੇ ਵਿੱਚੋਂ ਦੇਖਣਾ ਹੈਗਾ ਉਹ ਦੇਖਣਾ ਕਿ all the believers devoted themselves, devoted themselves, devoted ਸ਼ਬਦ ਜਿਹੜਾ ਹੈਗਾ ਪੰਜਾਬੀ ਦੇ ਵਿੱਚ ਅਗਰ ਅਸੀਂ ਇਹਨੂੰ ਡਿਕਸ਼ਨਰੀ ਵਿੱਚ ਦੇਖਦੇ ਹਾਂ ਤਾਂ ਸਮਰਪਿਤ ਕਹਿ ਦਿੰਦੇ ਆ, ਵਫਾਦਾਰ ਕਹਿ ਦਿੰਦੇ ਆ, ਇਮਾਨਦਾਰ, ਦ੍ਰਿੜ, ਨਾ ਬਦਲਣ ਵਾਲਾ, ਔਰ ਇੰਗਲਿਸ਼ ਵਿੱਚ ਅਸੀਂ ਕਹਿ ਦਿੰਦੇ ਹਾਂ ਡੈਡੀਕੇਟਡ, ਲੋਇਲ। ਉਹ ਪ੍ਰਭੂ ਦੇ ਘਰ ਦੇ ਵਿੱਚ ਆਏ ਔਰ ਪਰਮੇਸ਼ਵਰ ਨੇ ਜਿਹੜੇ ਡਿਸਾਈਪਲਸ ਚੁਣੇ ਸੀ ਉਹਨਾਂ ਦੀ ਸਿੱਖਿਆ ਜਿਹੜੀ ਸੀਗੀ ਉਸਦੇ ਚਰਨਾਂ ਦੇ ਵਿੱਚ ਬੈਠ ਕੇ ਉਹ ਜਿਹੜੇ ਸਿੱਖਦੇ ਸੀ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਸਿਖਾਇਆ ਔਰ ਚੇਲੇ ਜਿਹੜੇ ਸੀ ਅੱਗੇ ਜੋ ਪ੍ਰਭੂ ਯਿਸੂ ਮਸੀਹ ਨੇ ਸਿਖਾਇਆ ਸੀ ਉਹ ਅੱਗੇ ਸ਼ੇਅਰ ਕਰਦੇ ਸੀਗੇ। ਸੋ means to strongly follow, strongly persistent, ਨਾ ਬਦਲਣਾ, ਦ੍ਰਿੜ ਰਹਿਣਾ। ਆ ਗਈਆਂ ਇੱਕ ਵਾਰੀ ਪ੍ਰਭੂ ਦੇ ਵਿੱਚ, ਹੁਣ ਜਿੱਦਾਂ ਸਾਨੂੰ ਡਿਸਾਈਪਲਸ ਲੀਡ ਕਰਨਗੇ, ਗਾਈਡ ਕਰਨਗੇ, ਜੋ ਕੁਝ ਉਹਨਾਂ ਨੇ ਪ੍ਰਭੂ ਤੋਂ ਸਿਖਾਇਆ ਸਿਖਾਉਣਗੇ ਅਸੀਂ ਸਿੱਖਾਂਗੇ। In other words we can say they were totally committed। ਔਰ ਇਹ ਬਹੁਤ ਜ਼ਰੂਰੀ ਆ ਕਿ ਜਿਸ ਵੇਲੇ ਕੋਈ ਵੀ ਜਨ ਕੁਝ ਸਿੱਖਦਾ ਕਰਦਾ, ਕਮਿਟਮੈਂਟ is most needed। ਜਿਸ ਵੇਲੇ ਅਸੀਂ ਚਰਚ ਮੈਂਬਰਸ਼ਿਪ ਵੀ ਸਾਈਨ ਕਰਦੇ ਹਾਂ, ਅਸੀਂ ਇੱਕ ਕਮਿਟਮੈਂਟ ਕਰਦੇ ਹਾਂ ਕਿ ਅਸੀਂ ਇਸ ਖਾਨਦਾਨ ਦੇ ਮੈਂਬਰ ਬਣਦੇ ਹਾਂ। ਸਾਡੀ ਕਮਿਟਮੈਂਟ ਆ ਕਿ ਅਸੀਂ ਮਿਲ ਕੇ ਪ੍ਰਭੂ ਦੇ ਵਿੱਚ ਅੱਗੇ ਵਧਾਂਗੇ, ਪ੍ਰਭੂ ਦੇ ਕੰਮ ਕਰਾਂਗੇ। ਔਰ ਇਸ ਤਰ੍ਹਾਂ ਦੀ ਜਿਹੜੀ ਕਮਿਟਮੈਂਟ ਆ ਉਹ ਅਸੀਂ ਉਹਨਾਂ ਦੇ ਵਿੱਚ ਦੇਖਦੇ ਹਾਂ ਕਿ ਉਹਨਾਂ ਨੇ ਫੁੱਲੀ ਆਪਣੇ ਆਪ ਨੂੰ ਡਿਵੋਟਡ ਕੀਤਾ। 4 ਚੀਜ਼ਾਂ ਦੇਖਣੀਆਂ ਕਿੰਨਾ ਵਿੱਚ ਡਿਵੋਟਡ ਕੀਤਾ। ਪਹਿਲੀ ਚੀਜ਼ ਅਸੀਂ ਵਚਨ ਦੇ ਵਿੱਚੋਂ ਦੇਖੀ ਸੀ ਟੂ ਦੀ ਅਪੋਸਟਲਸ ਟੀਚਿੰਗ, ਜਿਹੜੀ ਚੇਲਿਆਂ ਦੀ ਜਿਹੜੀ ਸਿੱਖਿਆ ਸੀਗੀ ਅਸੀਂ 42 ਆਇਤ ਵਿੱਚ ਦੇਖਦੇ ਹਾਂ ਕਿ ਉਹ ਸਭ ਬੜੀ ਸ਼ਰਧਾ ਨਾਲ ਪ੍ਰਮੁੱਖ ਚੇਲਿਆਂ ਤੋਂ ਸਿੱਖਿਆ ਲੈਂਦੇ ਸਨ। ਸੋ ਚੇਲਿਆਂ ਦੀ ਸਿੱਖਿਆ ਕੀ ਸੀਗੀ ਕਿ ਉਹਨਾਂ ਦੀ ਟੀਚਿੰਗ ਕੋਈ ਆਪਣੀ ਸੀ, ਉਹਨਾਂ ਦੀ ਟੀਚਿੰਗ ਉਹ ਸੀ ਜੋ ਉਹਨਾਂ ਆਪ ਪ੍ਰਭੂ ਦੇ ਨਾਲ ਰਹਿ ਕੇ ਸਿੱਖੀ ਸੀ।
ਔਰ ਚੇਲਿਆਂ ਨੂੰ ਪ੍ਰਭੂ ਯਿਸੂ ਮਸੀਹ ਨੇ ਅਧਿਕਾਰ ਦਿੱਤਾ ਸੀਗਾ। ਮੱਤੀ 28:20 ਦੇ ਵਿੱਚ ਅਸੀਂ ਦੇਖਦੇ ਹਾਂ, ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਉਹਨਾਂ ਨੂੰ ਇਸ ਸਭ ਦੀ ਜੋ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਪਾਲਣਾ ਕਰਨੀ ਸਿਖਾਓ। ਖੁਦ ਵੀ ਪਾਲਣਾ ਕਰਨੀ ਆ ਔਰ ਉਹਨਾਂ ਨੂੰ ਵੀ ਪਾਲਣਾ ਕਰਨੀ ਸਿਖਾਓ। ਔਰ ਫਿਰ ਪ੍ਰਭੂ ਨੇ ਪ੍ਰੋਮਿਸ ਦਿੱਤਾ ਸੀ, ਦੇਖੋ ਮੈਂ ਤੁਹਾਡੇ ਨਾਲ ਹਮੇਸ਼ਾ ਤੱਕ ਹਾਂ, ਇੱਥੋਂ ਤੱਕ ਯੁਗਾਂ ਦੇ ਅੰਤ ਤੱਕ। ਸੋ ਮੋਸਟ ਇੰਪੋਰਟੈਂਟ ਕੀ ਆ ਕਿ ਜੋ ਪ੍ਰਭੂ ਨੇ ਆ ਕੇ ਸਿਖਾਇਆ, ਓਲਡ ਟੈਸਟਮੈਂਟ ਸੀਗਾ, ਲੋਕੀ ਪੜ੍ਹਦੇ ਸੀ ਪਰ ਸਮਝ ਨਹੀਂ ਲੱਗਦੀ ਸੀ। ਔਰ ਅਸੀਂ ਜਦੋਂ ਮੈਥਿਊ 5, 6, 7 ਦੇਖਦੇ ਹਾਂ, ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਪੁਰਾਣੇ ਨੇਮ ਵਿੱਚ ਇਸ ਤਰ੍ਹਾਂ ਕਿਹਾ ਗਿਆ, ਪਰ ਮੈਂ ਤੁਹਾਨੂੰ ਕਹਿਣਾ ਕਿ ਪੁਰਾਣੇ ਨੇਮ 'ਚ ਕਿਹਾ ਗਿਆ ਕਿ ਵਿਭਚਾਰ ਨਾ ਕਰੋ, ਮੈਂ ਤੁਹਾਨੂੰ ਕਹਿਣਾ ਜੇ ਤੁਸੀਂ ਸੋਚ ਲਿਆ ਤੁਸੀਂ ਕਰ ਲਿਆ। ਸੋ ਪ੍ਰਭੂ ਯਿਸੂ ਮਸੀਹ ਹਾਇਰ ਲੈਵਲ ਦੇ ਉੱਪਰ ਉਹਨਾਂ ਨੂੰ ਉਹਦਾ ਅਸਲੀ ਮੀਨਿੰਗ ਜੜ ਕੀ ਹੈਗੀ ਆ ਉੱਥੋਂ ਤੱਕ ਲੈ ਕੇ ਜਾਂਦੇ ਸੀ। ਔਰ ਉਹ ਚਾਹੁੰਦੇ ਸੀ ਕਿ ਜਿਹੜੇ ਡਿਸਾਈਪਲਸ ਹੈਗੇ ਆ ਉਹ ਇਸ ਚੀਜ਼ ਨੂੰ ਜਿਹੜੀ ਪ੍ਰਭੂ ਨੇ ਸਿਖਾਈ ਆ ਉਹ ਉਸ ਨੂੰ ਅੱਗੇ ਸਿਖਾਉਣ। ਐਂਡ ਅਸੀਂ ਅੱਗੇ ਜਾ ਕੇ ਐਕਟ ਵਿੱਚ ਦੇਖਾਂਗੇ ਕਿ ਚੇਲੇ ਇਸ ਦੇ ਲਈ ਫੁੱਲੀ ਕਮਿਟਡ ਸੀ ਔਰ ਉਹ ਜਿਹੜੀ ਸੀ ਵਿਸ਼ਵਾਸ ਸੰਗਤ ਉਸ ਨੂੰ ਪ੍ਰਭੂ ਦੇ ਵਿੱਚ ਵਧਾ ਰਹੇ ਸੀਗੇ। ਔਰ ਅਸੀਂ ਦੇਖਦੇ ਹਾਂ ਕਿ ਇੱਕ ਵਿਸ਼ਵਾਸੀ ਦੀ ਸਪਿਰਿਚੁਅਲ ਗਰੋਥ ਜਿਹੜੀ ਆ ਉਹ ਕਿਸ ਤਰ੍ਹਾਂ ਹੋ ਸਕਦੀ ਹੈ। ਜਿਸ ਤਰ੍ਹਾਂ ਅਸੀਂ ਇੱਕ ਬੱਚਾ ਪੈਦਾ ਹੁੰਦਾ, ਮਾਂ ਨੂੰ ਪੁੱਛਿਆ ਜਾਵੇ ਕਿ ਬੱਚਾ ਵਧੂਗਾ ਕਿੱਦਾਂ, ਤਾਂ ਮਾਂ ਨੂੰ ਦੱਸਣ ਦੀ ਲੋੜ ਨਹੀਂ। ਉਹ ਪਹਿਲਾਂ ਦੁੱਧ ਜਿਹੜਾ ਹੈਗਾ ਦੁੱਧ ਤੋਂ ਸ਼ੁਰੂ ਹੁੰਦਾ, ਫਿਰ ਹੌਲੀ ਹੌਲੀ ਬੇਬੀ ਫੂਡ ਤੇ ਆਉਂਦਾ, ਫਿਰ ਜਿਹੜਾ ਸਟਰੋਂਗ ਫੂਡ ਤੇ ਆ ਜਾਂਦਾ। ਔਰ ਜਿਹੜਾ ਪਰਮੇਸ਼ਵਰ ਦਾ ਵਚਨ ਆ ਇਹ ਸਪਿਰਿਚੁਅਲ ਗਰੋਥ ਦੇ ਲਈ ਇਹ ਬਹੁਤ ਇੰਪੋਰਟੈਂਟ ਆ। ਪ੍ਰਭੂ ਦਾ ਵਚਨ ਆ ਜਿਸ ਦੇ ਵਿੱਚ ਅਸੀਂ ਜਿੱਦਾਂ ਜਿੱਦਾਂ ਵੱਧਦੇ ਹਾਂ ਉਦਾਂ ਉਦਾਂ ਅਸੀਂ ਪਰਮੇਸ਼ਵਰ ਦੇ ਵਿੱਚ ਜਿਹੜੇ ਆ ਗਰੋ ਹੁੰਨੇ ਆ, ਮਜ਼ਬੂਤ ਹੁੰਨੇ ਆ। ਔਰ ਅਸੀਂ ਦੇਖਦੇ ਹਾਂ ਕਈ ਪ੍ਰਭੂ ਦੇ ਜਨ ਛੋਟੇ ਛੋਟੇ ਹੁੰਦੇ ਆ ਔਰ ਉਹ ਵਚਨ ਦੇ ਵਿੱਚ ਇੰਨਾ ਗਰੋ ਹੁੰਦੇ ਆ ਕਿਉਂਕਿ ਉਹ ਦਿਨ ਰਾਤ ਵਚਨ ਦੇ ਉੱਪਰ ਮੈਡੀਟੇਟ ਕਰਦੇ ਆ, ਦਿਨ ਰਾਤ ਜਿਹੜਾ ਪ੍ਰਭੂ ਦੀਆਂ ਸਿੱਖਿਆਵਾਂ ਦੇ ਉੱਪਰ ਖਿਆਲ ਕਰਦੇ ਆ ਔਰ ਪ੍ਰਭੂ ਦੇ ਵਿੱਚ ਉਹ ਖੂਬ ਗਰੋ ਹੁੰਦੇ ਆ। ਔਰ ਤੁਸੀਂ ਕੁਝ ਬੱਚੇ ਵੀ ਦੇਖੇ ਹੋਣੇ ਆ ਜਿਹੜੇ ਤੁਸੀਂ ਕਹਿੰਦੇ ਕਿ ਉਹ ਲੱਗਦੇ ਸਿਰਫ ਦੇਖਣ ਨੂੰ 12-13 ਸਾਲਾਂ ਦੇ ਆ, ਪਰ ਜਦੋਂ ਤੁਸੀਂ ਉਹਨਾਂ ਦੀ ਹਾਈਟ ਦੇਖਦੇ ਆ ਤੁਹਾਨੂੰ ਲੱਗਦਾ ਕਿ ਇਹ ਤਾਂ ਯਾਰ 18-19 ਸਾਲ ਦਾ ਬੱਚੇ ਵਾਂਗੂ ਲੱਗਦਾ। ਔਰ ਇਸੇ ਤਰ੍ਹਾਂ ਜਿਸ ਵੇਲੇ ਲੋਕ ਜਿਹੜੇ ਹੈਗੇ ਆ ਪ੍ਰਭੂ ਦੇ ਬੱਚੇ ਸਪਿਰਿਚੁਅਲ ਹੈਗੇ ਆ ਉਹ ਉਹਨਾਂ ਸਿੱਖਿਆਵਾਂ ਦੇ ਉੱਪਰ ਧਿਆਨ ਦਿੰਦੇ ਆ। ਔਰ ਚੇਲਿਆਂ ਉੱਪਰ ਪ੍ਰਭੂ ਯਿਸੂ ਮਸੀਹ ਨੇ ਇਹ ਸੱਚਾਈ ਰਿਵੀਲ ਕੀਤੀ ਸੀਗੀ। ਉਹਨਾਂ ਨੂੰ ਚੇਲਿਆਂ ਨੂੰ ਕਿਸ ਨੇ ਸਿਖਾਇਆ ਸੀ? ਮਛੇਰੇ ਸੀਗੇ, ਪਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਦੇ ਉੱਪਰ ਸੱਚਾਈ ਕੀ ਰਿਵੀਲ ਕੀਤੀ? ਸਾਰਾ ਧਰਮ ਗ੍ਰੰਥ ਜਦੋਂ ਅਸੀਂ ਦੇਖਦੇ ਸੀ ਮੁਰਦਿਆਂ ਤੋਂ ਜੀ ਉੱਠਣ ਤੋਂ ਬਾਅਦ ਵੀ ਚੇਲਿਆਂ ਦੇ ਨਾਲ ਚੱਲਦੇ ਚੱਲਦੇ ਉਹਨਾਂ ਨੇ ਧਰਮ ਗ੍ਰੰਥ ਸ਼ੁਰੂ ਤੋਂ ਲੈ ਕੇ ਆਖਰ ਤੱਕ ਦਿਖਾਇਆ ਕਿ ਕਿਸ ਤਰ੍ਹਾਂ ਧਰਮ ਗ੍ਰੰਥ ਜਿਹੜਾ ਪ੍ਰਭੂ ਯਿਸੂ ਮਸੀਹ ਦੇ ਵੱਲ ਇਸ਼ਾਰਾ ਕਰਦਾ ਪਿਆ। ਉਹਨਾਂ ਦਾ ਅਨੋਖਾ ਜਨਮ ਜਿਹੜਾ ਉਸ ਦੇ ਬਾਰੇ ਜਿਹੜਾ ਪੂਰਾ ਬਾਈਬਲ ਓਲਡ ਟੈਸਟਮੈਂਟ ਨਿਊ ਟੈਸਟਮੈਂਟ ਉਹਨਾਂ ਦੇ ਅਨੋਖੇ ਜਨਮ ਦੀ ਗੱਲ ਕਰਦਾ ਪਿਆ, ਉਹਨਾਂ ਦੀ ਅਨੋਖੀ ਮੌਤ ਦੇ ਬਾਰੇ ਗੱਲ ਕਰਦਾ ਪਿਆ ਔਰ ਉਹਨਾਂ ਦੇ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਦੇ ਬਾਰੇ ਗੱਲ ਕਰਦਾ ਪਿਆ। ਔਰ ਹਜ਼ਾਰਾਂ ਸਾਲ ਪਹਿਲਾਂ ਤੋਂ ਨਬੀਆਂ ਨੇ ਇਹ ਚੀਜ਼ਾਂ ਜਿਹੜੀਆਂ ਸੀ ਦੱਸਿਆ ਸੀ ਔਰ ਫਿਰ ਇਹ ਵੀ ਦੱਸਿਆ ਸੀਗਾ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਣਗੇ ਨਹੀਂ, ਉਹ ਸਵਰਗ ਵੀ ਏਦਾਂ ਜਿੰਦਾ ਉਠਾ ਲਏ ਜਾਣਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਦੇਖਦੇ ਹਾਂ, ਅਗਰ ਅਸੀਂ ਉਹ ਨਿਊ ਟੈਸਟਮੈਂਟ ਦੇਖਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਸੰਤ ਪੌਲ ਲੈ ਲਓ, ਪਤਰਸ ਲਾ ਲਓ, ਯਹੂਨਾ ਲੈ ਲਓ, ਮਰਕਸ ਲਾ ਲਓ, ਸੋ ਡਿਸਾਈਪਲਸ ਨੇ ਕੀ ਕੀਤਾ? ਜੋ ਸਿੱਖਿਆ ਉਹਨਾਂ ਨੇ ਪ੍ਰਭੂ ਤੋਂ ਸਿੱਖੀ ਸੀ ਉਹ ਅੱਜ ਸਾਡੇ ਕੋਲੇ ਨਿਊ ਟੈਸਟਮੈਂਟ ਦੇ ਵਿੱਚ ਮੌਜੂਦ ਹੈਗੀ। ਔਰ ਪਰਮੇਸ਼ਵਰ ਦੇ ਵਿੱਚ ਅਸੀਂ ਵਧਣਾ, ਸਾਡਾ ਆਤਮਿਕ ਜਨਮ ਹੋਇਆ, ਇਸ ਦੇ ਲਈ ਬੜਾ ਇੰਪੋਰਟੈਂਟ ਆ ਕਿ ਅਸੀਂ ਇੱਕ ਸੱਚਾਈ ਨੂੰ ਜਾਣ ਲਈਏ। ਇੱਕ ਸੱਚਾਈ ਆ ਜੋ ਇਹ ਸਿਰਫ ਇਹ ਬਿਆਨ ਕਰਦੀ ਆ ਕਿ ਸਿਵਾਏ ਪ੍ਰਭੂ ਯਿਸੂ ਮਸੀਹ ਤੋਂ ਕੋਈ ਦੂਜਾ ਰਾਸਤਾ ਨਹੀਂ ਹੈਗਾ। ਐਕਟ ਦੇ ਵਿੱਚ 4:12 ਵਿੱਚ ਲਿਖਿਆ ਕਿ ਕਿਸੇ ਦੂਜੇ ਦੁਆਰਾ ਮੁਕਤੀ ਨਹੀਂ ਹੈਗੀ। ਵਚਨ ਸਾਨੂੰ ਕਲੀਅਰਲੀ ਦੱਸਦਾ ਕਿਸੇ ਦੂਜੇ ਦੁਆਰਾ ਮੁਕਤੀ ਨਹੀਂ ਹੈਗੀ ਕਿਉਂਕਿ ਆਕਾਸ਼ ਦੇ ਹੇਠਾਂ ਮਨੁੱਖਾਂ ਨੂੰ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇਸੇ ਰਾਹੀਂ ਬਚਾਏ ਜਾਈਏ। ਅਗਰ ਅਸੀਂ ਪਤਰਸ ਦਾ ਸਰਮਨ ਪਹਿਲਾਂ ਦੇਖਦੇ ਹਾਂ ਜਿਹੜਾ ਅਸੀਂ ਪਿਛਲੇ ਵੀਕ ਦੇਖਿਆ ਸੀ, ਅਸੀਂ ਦੇਖਾਂਗੇ ਕਿ ਉਸਨੇ ਕਿੰਨਾ ਇਹਨਾਂ ਚੀਜ਼ਾਂ ਦੇ ਉੱਪਰ ਜ਼ੋਰ ਦਿੱਤਾ ਔਰ ਕਲੀਅਰਲੀ ਉਹਨਾਂ ਨੂੰ ਦੱਸਿਆ ਕਿ ਤੁਸੀਂ ਜਿਸ ਨੂੰ ਉਦਾਂ ਹੀ ਸਮਝਿਆ ਸੀ ਪਰਮੇਸ਼ਵਰ ਨੇ ਉਸ ਨੂੰ ਪਰਮੇਸ਼ਵਰ ਤੇ ਮੁਕਤੀ ਦਾਤਾ ਜਿਹੜਾ ਹੈਗਾ ਉਹ ਬਣਾ ਦਿੱਤਾ। ਸੋ ਦੇਖੋ ਜੋ ਚੇਲਿਆਂ ਨੇ ਪ੍ਰਭੂ ਯਿਸੂ ਮਸੀਹ ਤੋਂ ਸਿੱਖਿਆ, ਪੂਰਾ ਨਵਾਂ ਨੇਮ ਅੱਜ ਸਾਡੇ ਕੋਲੇ ਉਹਨਾਂ ਦੀਆਂ ਸਿੱਖਿਆਵਾਂ ਦੇ ਬਾਰੇ ਸਿਖਾਉਂਦਾ।
ਔਰ ਖੁਦਾ ਦਾ ਮੈਂ ਸ਼ੁਕਰ ਕਰਦਾ ਜਿਸ ਵੇਲੇ ਮੈਂ ਬਾਈਬਲ ਕਾਲਜ ਗਿਆ ਸੀ, ਪ੍ਰਭੂ ਨੇ ਉੱਥੇ ਮੈਨੂੰ ਜੋ ਸਿਖਾਇਆ, ਸਾਡੇ ਜਿਹੜੇ ਟੀਚਰ ਸੀਗੇ ਬਹੁਤ ਗੁੱਡ ਟੀਚਰ, ਮੈਂ ਜਿਨ੍ਹਾਂ ਨੂੰ ਮੰਨਦਾ, ਉਹਨਾਂ ਨੇ ਮੈਨੂੰ ਵਚਨ ਦੀ ਬਰੀਕੀ ਦੇ ਵਿੱਚ ਇੱਕ ਗੱਲ ਸਮਝਾਈ ਜੋ ਮੇਰੇ ਦਿਲ ਦੇ ਨਾਲ ਅੱਜ ਵੀ ਬੜੀ ਕਲਿੱਕ ਕਰਦੀ ਆ। ਤੁਸੀਂ ਬਾਹਰ ਬਹੁਤ ਸਾਰੇ ਟੀਚਰਸ, ਬਹੁਤ ਸਾਰੇ ਜਿਹੜੇ ਕਈ ਹੈਗੇ ਆ, ਤੁਸੀਂ ਸੁਣੋਗੇ ਜੋ ਵਚਨ ਨੂੰ ਤੋੜ ਮਰੋੜ ਕੇ ਕੁਛ ਨਾ ਕੁਛ ਤੁਹਾਨੂੰ ਦੱਸ ਦਿੰਦੇ ਆ। ਪਰ ਉਹਨਾਂ ਨੇ ਮੈਨੂੰ ਸਿਖਾਇਆ ਸੀਗਾ ਕਿ ਜਦੋਂ ਵੀ ਤੁਸੀਂ ਕੁਝ ਸੁਣਦੇ ਆ ਜਾਂ ਸਿੱਖਦੇ ਆ, ਤੁਸੀਂ ਕਿੱਥੋਂ ਪਤਾ ਲੱਗਦਾ ਕਿ ਇਜ਼ ਇਟ ਫਰਮ ਗਾਡ ਔਰ ਇਹ ਕਿਸੇ ਬੰਦੇ ਦੀ ਆਪਣੀ ਸੋਚ ਦਾ ਉਹ ਬਣਾਇਆ ਹੈ। ਸੋ ਉਹਨਾਂ ਨੇ ਕਿਹਾ ਸੀਗਾ ਕਿ ਪਹਿਲਾਂ ਤਾਂ ਤੁਸੀਂ ਬਾਈਬਲ ਦੇ ਵਿੱਚੋਂ ਦੇਖਣਾ ਕਿ ਪਰਮੇਸ਼ਵਰ ਦਾ ਵਚਨ ਜਿਹੜੀ ਤੁਹਾਨੂੰ ਸਿੱਖਿਆ ਮਿਲ ਰਹੀ ਹੈ ਉਸ ਦੇ ਬਾਰੇ ਕੀ ਕਹਿ ਰਿਹਾ, ਵਚਨ ਦੇ ਵਿੱਚ ਜਿਹੜਾ ਉਸ ਦੇ ਬਾਰੇ ਕੀ ਲਿਖਿਆ ਹੋਇਆ। ਔਰ ਦੂਸਰੀ ਚੀਜ਼ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਇਹ ਦੇਖਣਾ ਕਿ ਪ੍ਰਭੂ ਯਿਸੂ ਮਸੀਹ ਨੇ ਉਸ ਦੇ ਬਾਰੇ ਕੀ ਸਿਖਾਇਆ। ਜੋ ਕੁਝ ਪੁਰਾਣੇ ਨਿਯਮ ਦੇ ਵਿੱਚ ਲਿਖਿਆ, ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਨਿਯਮ ਖਤਮ ਨਹੀਂ ਕਰਨਾ ਹੈ, ਉਸਨੂੰ ਪੂਰਾ ਕਰਨਾ ਹੈ। ਜੋ ਕੁਝ ਲਿਖਿਆ ਹੋਇਆ, ਪ੍ਰਭੂ ਯਿਸੂ ਮਸੀਹ ਨੇ ਉਸ ਦੇ ਬਾਰੇ ਕੀ ਸਿਖਾਇਆ। ਪ੍ਰਭੂ ਯਿਸੂ ਮਸੀਹ ਵਚਨ ਨੂੰ ਕਦੇ ਖਤਮ ਕਰਕੇ ਨਹੀਂ ਕਹਿਣਗੇ ਕਿ ਨਹੀਂ ਜੀ ਆਏ ਨਹੀਂ ਆਏ ਹੈਗਾ। ਉਹ ਸਾਨੂੰ ਅਸਲੀ ਜੜ ਤੱਕ ਲੈ ਕੇ ਜਾਂਦੇ ਕਿ ਵਚਨ ਨੂੰ ਲੋਕਾਂ ਨੇ ਕਿੱਦਾਂ ਮਿਸ ਇੰਟਰਪ੍ਰੇਟ ਕਰ ਦਿੱਤਾ, ਉਹਦਾ ਮੀਨਿੰਗ ਬਦਲ ਦਿੱਤਾ, ਪਰ ਅਸਲ ਦੇ ਵਿੱਚ ਜਿਹੜਾ ਵਚਨ ਹੈਗਾ ਉਹ ਸਾਨੂੰ ਕੀ ਕਹਿ ਰਿਹਾ। ਸੋ ਪਹਿਲੀ ਚੀਜ਼ ਪਰਮੇਸ਼ਵਰ ਦਾ ਵਚਨ ਬਾਈਬਲ ਉਸ ਦੇ ਬਾਰੇ ਕੀ ਕਹਿੰਦਾ, ਦੂਸਰੀ ਚੀਜ਼ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਕੀ ਸਿਖਾਇਆ, ਔਰ ਤੀਸਰੀ ਚੀਜ਼ ਫਿਰ ਚੇਲਿਆਂ ਨੇ ਉਸ ਦੇ ਬਾਰੇ ਕੀ ਸਾਨੂੰ ਸਿਖਾਇਆ। ਇਹ ਤਿੰਨਾਂ ਚੀਜ਼ਾਂ ਵਿੱਚ ਜਦੋਂ ਅਸੀਂ ਦੇਖ ਲਾਂਗੇ ਤਾਂ ਸਾਨੂੰ ਕਦੇ ਵੀ ਕੋਈ ਬੰਦਾ ਸਾਨੂੰ ਗਲਤ ਡਾਕਟਰਨ ਨਹੀਂ ਦੇ ਸਕਦਾ, ਸਾਨੂੰ ਭੜਕਾ ਨਹੀਂ ਸਕਦਾ। ਸਾਨੂੰ ਸਾਡੇ ਕੋਲੇ ਵਚਨ ਅੱਜ ਹੱਥਾਂ ਦੇ ਵਿੱਚ, ਇੱਕ ਸਮਾਂ ਸੀ ਕਿ ਜਦੋਂ ਅਰਲੀ ਚਰਚ ਸੀ ਉਹਨਾਂ ਦੇ ਕੋਲੇ ਬਾਈਬਲਸ ਨਹੀਂ ਸੀਗੀਆਂ, ਬੜੀ ਮੁਸ਼ਕਲ ਨਾਲ ਉਹਨਾਂ ਨੂੰ ਬਾਈਬਲ ਜਿਹੜੀਆਂ ਸੀਗੀਆਂ ਬਾਅਦ ਵਿੱਚ ਮਿਲੀਆਂ। ਪਰ ਅੱਜ ਸਾਡੇ ਹੱਥ ਦੇ ਵਿੱਚ ਪਰਮੇਸ਼ਵਰ ਦਾ ਵਚਨ, ਬਹੁਤ ਸਾਰਾ ਮੀਡੀਆ ਹੈਗਾ ਜਿੱਥੇ ਅਸੀਂ ਵੱਖਰੇ ਵੱਖਰੇ ਲੋਕ ਸੁਣਦੇ ਆ। ਕਈ ਲੋਕ ਪ੍ਰਭੂ ਚ 2 ਦਿਨ ਪਹਿਲਾਂ ਆਏ ਆ ਔਰ ਕਹਿੰਦੇ ਜੀ ਹੁਣ ਮੈਂ ਪਾਸਟਰ ਬਣ ਗਿਆ ਔਰ ਪ੍ਰੀਚ ਕਰਨਾ ਸ਼ੁਰੂ ਕਰ ਦਿੰਦੇ ਆ। ਪਰ ਵੀ ਨੀਡ ਟੂ ਬੀ ਵੈਰੀ ਕੇਅਰਫੁਲ। ਅਸੀਂ ਇਹ ਮੇਕ ਸ਼ੋਰ ਕਰਨਾ ਕਿ ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਜੋ ਉਹ ਸਿਖਾ ਰਹੇ ਆ ਉਹ ਕੀ ਕਹਿ ਰਿਹਾ, ਔਰ ਫਿਰ ਯਿਸੂ ਮਸੀਹ ਨੇ ਉਸ ਦੇ ਬਾਰੇ ਕੀ ਕਿਹਾ, ਔਰ ਫਿਰ ਫਾਈਨਲੀ ਚੇਲਿਆਂ ਨੇ ਕੀ ਕਿਹਾ। ਔਰ ਤੁਸੀਂ ਕਦੇ ਵੀ ਫਿਰ ਡਗਮਗਾਓਗੇ ਨਹੀਂ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਤੁਹਾਨੂੰ। ਅਗਰ ਵਚਨ ਦੇ ਵਿੱਚੋਂ ਅਸੀਂ ਦੇਖੀਏ ਜਸਾਇਆ 53, ਪ੍ਰਭੂ ਯਿਸੂ ਮਸੀਹ ਵੱਲ ਇਸ਼ਾਰਾ ਕਰ ਰਿਹਾ ਕਿ ਮੇਰੀ ਇਹੋ ਹੀ ਇੱਛਾ ਸੀ ਕਿ ਮੇਰਾ ਦਾਸ ਦੁੱਖ ਸਹੇ ਔਰ ਉਸ ਦੇ ਦੁੱਖਾਂ ਦੇ ਦੁਆਰਾ ਉਹਨਾਂ ਲੋਕਾਂ ਨੂੰ ਪਾਪਾਂ ਤੋਂ ਮਾਫੀ ਮਿਲੇ। ਔਰ ਫਿਰ ਪ੍ਰਭੂ ਯਿਸੂ ਮਸੀਹ ਨੇ ਕੀ ਸਿਖਾਇਆ, ਜੌਨ 14:6 ਵਿੱਚ ਉਹ ਕਹਿੰਦੇ ਕਿ ਮੇਰੇ ਤੋਂ ਬਗੈਰ ਕੋਈ ਪਿਤਾ ਦੇ ਕੋਲੇ ਨਹੀਂ ਪਹੁੰਚ ਸਕਦਾ। ਸੋ ਉਹ ਕਹਿ ਰਹੇ ਆ ਕਿ ਮੈਂ ਜਿਹੜਾ ਹੈਗਾ ਪਿਤਾ ਦੇ ਕੋਲੇ ਪਹੁੰਚਣ ਦਾ ਰਾਸਤਾ ਹੈਗਾ। ਔਰ ਆਇਜ਼ੀਆ 53 ਵੀ ਦੱਸਦਾ ਪਿਆ ਸਾਨੂੰ ਕਿ ਮੁਕਤੀ ਦਾਤਾ ਆਊਗਾ ਔਰ ਉਹ ਸਾਡੇ ਪਾਪਾਂ ਨੂੰ ਲਊਗਾ, ਔਰ ਪ੍ਰਭੂ ਯਿਸੂ ਮਸੀਹ ਉਹ ਚੀਜ਼ ਕਹਿ ਰਹੇ ਆ। ਔਰ ਫਿਰ ਚੇਲੇ ਕੀ ਸਿਖਾ ਰਹੇ ਆ, ਚੇਲੇ ਵੀ ਐਕਟ 4:12 ਵਿੱਚ ਅਸੀਂ ਹੁਣੇ ਪੜ੍ਹਿਆ, ਉਹ ਕਹਿੰਦੇ ਕਿ ਕਿਸੇ ਦੂਜੇ ਦੁਆਰਾ ਮੁਕਤੀ ਨਹੀਂ ਹੈਗੀ ਆ, ਆਕਾਸ਼ ਦੇ ਹੇਠਾਂ ਮਨੁੱਖਾਂ ਨੂੰ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ। ਕਿੰਨੇ ਧਰਮਾਂ, ਕਿੰਨੇ ਲੋਕ ਆ ਜੋ ਸਾਡੇ ਨਾਲ ਅੱਜ ਇਹ ਗੱਲਬਾਤ ਕਰਦੇ ਆ, ਨਹੀਂ ਜੀ ਸਾਰੇ ਠੀਕ ਆ, ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਆ, ਅਸੀਂ ਸਾਰਿਆਂ ਨੇ ਸਵਰਗ ਪਹੁੰਚ ਜਾਣਾ। ਪਰ ਨਹੀਂ, ਪਰਮੇਸ਼ਵਰ ਦਾ ਵਚਨ ਬਹੁਤ ਕਲੀਅਰ ਆ ਇਸ ਵਿਸ਼ੇ ਦੇ ਉੱਪਰ। ਔਰ ਅਗਰ ਤੁਸੀਂ ਪਤਰਸ ਦਾ ਪਹਿਲਾ ਸਰਮਨ ਦੇਖੋਗੇ, ਸੈਕੰਡ ਸਰਮਨ ਅਸੀਂ ਨੈਕਸਟ ਵੀਕ ਦੇਖਾਂਗੇ, ਪਤਰਸ ਇੱਕ ਚੀਜ਼ ਤੇ ਜ਼ੋਰ ਦਿੰਦਾ ਕਿ ਪ੍ਰਭੂ ਯਿਸੂ ਮਸੀਹ ਹੀ ਇਕੱਲੇ ਜਿਹੜਾ ਪਰਮੇਸ਼ਵਰ ਨੂੰ ਮਿਲਣ ਦਾ ਰਾਹ ਹੈਗਾ। ਸੋ ਅਸੀਂ ਦੇਖੋ ਤਿੰਨਾਂ ਹਿੱਸਿਆਂ ਵਿੱਚੋਂ ਦੇਖ ਲਿਆ, ਪਰਮੇਸ਼ਵਰ ਦੇ ਵਚਨ ਚੋਂ ਦੇਖ ਲਿਆ, ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਦੇਖ ਲਈ, ਚੇਲਿਆਂ ਦਾ ਦੇਖ ਲਿਆ। ਔਰ ਸਾਨੂੰ ਕੋਈ ਭਟਕਾ ਨਹੀਂ ਸਕਦਾ, ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਜੀ ਤੁਸੀਂ ਆਪਣੇ ਚੰਗੇ ਕੰਮਾਂ ਦੇ ਨਾਲ ਮੁਕਤੀ ਪ੍ਰਾਪਤ ਕੀਤੀ। ਨਹੀਂ, ਇਹ ਪਰਮੇਸ਼ਵਰ ਦੀ ਕਿਰਪਾ ਹੋਈ ਆ, ਯਿਸੂ ਮਸੀਹ ਦੇ ਰਾਹੀਂ ਕਿਰਪਾ ਹੋਈ ਆ। ਉਸਨੇ ਸਾਨੂੰ ਮਾਫ ਕੀਤਾ ਔਰ ਸਾਨੂੰ ਆਪਣੇ ਬੇਟੇ ਬੇਟੀਆਂ ਜਿਹੜਾ ਹੈਗਾ ਉਹ ਬਣਾਇਆ ਹੈਗਾ। ਔਰ ਮੈਂ ਇਸ ਵੇਲੇ ਆਨਲਾਈਨ ਮੇਰੇ ਭੈਣ ਭਰਾ ਜੋ ਇਸ ਵੇਲੇ ਸੁਣ ਰਹੇ ਆ, ਜੋ ਇਸ ਵੇਲੇ ਸੋਚਦੇ ਕਿ ਨਹੀਂ ਅਸੀਂ ਚੰਗੇ ਕੰਮ ਕਰਦੇ ਆ, ਅਸੀਂ ਪਾਠ ਪੂਜਾ ਕਰਦੇ ਆ, ਅਸੀਂ ਸਾਡੇ ਪਾਪ ਮਾਫ ਹੋ ਜਾਣਗੇ, ਅਸੀਂ ਸਵਰਗ ਚਲੇ ਜਾਵਾਂਗੇ। ਮੈਂ ਤੁਹਾਨੂੰ ਯਾਦ ਕਰਾਉਣਾ ਮੰਗਦਾ ਕਿ ਪਰਮੇਸ਼ਵਰ ਦਾ ਵਚਨ ਜਿਹੜਾ ਉਹ ਸੱਚਾ, ਉਹ ਬਹੁਤ ਕਲੀਅਰ ਆ। ਅਗਰ ਤੁਸੀਂ ਹਜੇ ਤੱਕ ਪ੍ਰਭੂ ਨੂੰ ਆਪਣੇ ਜੀਵਨ 'ਚ ਨਹੀਂ ਲਿਆ ਤਾਂ ਤੁਸੀਂ ਇੱਕ ਸਿੰਪਲ ਦੁਆ ਕਰਕੇ ਕਿ ਪ੍ਰਭੂ ਯਿਸੂ ਮਸੀਹ ਤੁਸੀਂ ਪਾਪੀਆਂ ਲਈ ਆਏ ਆ, ਮੇਰੇ ਤੋਂ ਜਾਣੇ ਅਣਜਾਣੇ 'ਚ ਗੁਨਾਹ ਹੋਇਆ, ਮੈਨੂੰ ਮਾਫ ਕਰੋ। ਪ੍ਰਭੂ ਅਸੀਂ ਸੁਣਿਆ, ਅਸੀਂ ਸਿੱਖਿਆ
कि ਤੁਸੀਂ ਉਹ ਜੋ ਤੁਹਾਡੇ ਕੋਲੇ ਆਉਂਦੇ ਉਹਨਾਂ ਨੂੰ ਮਾਫ ਕਰਦੇ ਹੋ ਔਰ ਆਪਣੇ ਬੇਟੇ ਬੇਟੀਆਂ ਬਣਾਉਂਦੇ ਹੋ। ਮੈਨੂੰ ਆਪਣਾ ਬੇਟਾ, ਮੈਨੂੰ ਆਪਣੀ ਬੇਟੀ ਬਣਾਓ, ਮੇਰਾ ਨਾਮ ਜੀਵਨ ਦੀ ਪੋਥੀ 'ਚ ਲਿਖੋ। ਔਰ ਖੁਦਾਵੰਦ ਇਸ ਦੇ ਦੁਆ ਦੇ ਨਾਲ ਤੁਹਾਨੂੰ ਪਾਪ ਮਾਫ ਕਰਕੇ, ਕਿਉਂਕਿ ਸਵਾਏ ਉਸ ਤੋਂ ਕਿਸੇ ਨੂੰ ਪਾਪ ਮਾਫ ਕਰਨ ਦਾ ਅਧਿਕਾਰ ਨਹੀਂ, ਔਰ ਉਹ ਪਾਪ ਮਾਫ ਕਰਕੇ ਤੁਹਾਨੂੰ ਆਪਣਾ ਬੱਚਾ ਬਣਾ ਕੇ ਜੀਵਨ ਦੀ ਪੋਥੀ 'ਚ ਨਾਮ ਹੀ ਨਹੀਂ ਲਿਖੂਗਾ, ਬਲਕਿ ਆਪਣਾ ਆਤਮਾ ਵੀ ਉਹ ਦੇਊਗਾ ਕਿ ਤੁਸੀਂ ਉਸ ਦੀਆਂ ਜਿਹੜੀਆਂ ਗੁੱਝੇ ਭੇਤ ਆ ਉਸ ਨੂੰ ਸਮਝ ਸਕੋ। ਔਰ ਸੈਕੰਡ ਚੀਜ਼ ਜਿਹੜੀ ਅਸੀਂ ਵਚਨ ਦੇ ਵਿੱਚੋਂ ਦੇਖਦੇ ਹਾਂ, ਸਾਰੇ ਜਿਹੜੇ ਸੀਗੇ ਦੇ ਵਰ ਡਿਵੋਟਡ ਟੂ ਸਪਿਰਿਚੁਅਲ ਫੈਲੋਸ਼ਿਪ, ਦੇ ਵਰ ਡਿਵੋਟਡ ਟੂ ਸਪਿਰਿਚੁਅਲ ਫੈਲੋਸ਼ਿਪ। ਪੰਜਾਬੀ ਦੀ ਬਾਈਬਲ ਦੇ ਵਿੱਚ ਲਿਖਿਆ ਕਿ ਉਹ ਕੀ ਸੀਗੇ, ਉਹ ਸਾਂਝਾ ਜੀਵਨ ਗੁਜ਼ਾਰਦੇ ਸੀ, ਹੈ ਨਾ, ਸਾਂਝਾ ਜੀਵਨ ਗੁਜ਼ਾਰਦੇ ਸੀ ਲਿਖਿਆ। ਔਰ ਜੇ ਅਸੀਂ ਇੰਗਲਿਸ਼ ਵਿੱਚ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਦੇ ਵਰ ਡਿਵੋਟਡ ਟੂ ਸਪਿਰਿਚੁਅਲ ਫੈਲੋਸ਼ਿਪ। ਫੈਲੋਸ਼ਿਪ ਲਈ ਜੋ ਗ੍ਰੀਕ ਵਰਡ ਯੂਜ਼ ਕੀਤਾ ਗਿਆ ਹੈਗਾ ਉਹ ਹੈਗਾ ਕੋਇਨੋਨੀਆ, ਮੀਨਸ ਕਲੋਜ਼ ਰਿਲੇਸ਼ਨਸ਼ਿਪ। ਉਦਾਂ ਦੀ ਰਿਲੇਸ਼ਨਸ਼ਿਪ ਨਹੀਂ ਕਿ ਚਲੋ ਜੀ ਹੈਲੋ ਕੀਤੀ, ਫਰੈਂਡ ਆ, ਮਿੱਤਰ ਬਣੇ ਆ, ਨਹੀਂ। ਇਹਦਾ ਜਿਹੜਾ ਡੀਪਰ ਮੀਨਿੰਗ ਹੈਗਾ ਉਹ ਹੈਗਾ ਕਲੋਜ਼ ਰਿਲੇਸ਼ਨਸ਼ਿਪ। ਔਰ ਇਹ ਕੋਈ ਆਮ ਸੰਗਤੀ ਨਹੀਂ ਹੈਗੀ, ਇਹ ਕਲੋਜ਼ ਰਿਲੇਸ਼ਨਸ਼ਿਪ ਦੀ ਗੱਲ ਕਰਦਾ ਪਿਆ। ਇਹ ਨਹੀਂ ਕਿ ਅਸੀਂ ਸਿਰਫ ਮੀਟਿੰਗ ਵਿੱਚ ਇਕੱਠੇ ਹੋਏ ਹਾਂ, ਇਹ ਕੋਈ ਸਰੀਰਕ ਸੰਗਤੀ ਨਹੀਂ ਕਿ ਫਿਜ਼ੀਕਲ ਤੌਰ ਤੇ ਇਕੱਠੇ ਹੋਏ ਆ, ਅਸੀਂ ਆਤਮਿਕ ਸੰਗਤੀ ਦੀ ਗੱਲ ਕਰਦੇ ਪਏ ਕਿ ਅਸੀਂ ਫੈਲੋਸ਼ਿਪ ਹੁੰਦੀ ਕਿ ਅਸੀਂ ਰੱਬ ਨੇ ਸਾਨੂੰ ਆਤਮਿਕ ਜਨਮ ਦਿੱਤਾ, ਹੁਣ ਅਸੀਂ ਆਤਮਿਕ ਰੱਬ ਦੇ ਬੇਟੇ ਬੇਟੀਆਂ ਬਣ ਗਏ ਆ। ਔਰ ਜਿਸ ਤਰ੍ਹਾਂ ਭੈਣ ਭਰਾਵਾਂ ਦਾ ਪਿਆਰ ਹੁੰਦਾ, ਉਸ ਤੋਂ ਕਈ ਗੁਣਾ ਵੱਧ ਕੇ ਸਾਡਾ ਆਤਮਿਕ ਭੈਣਾਂ ਭਰਾਵਾਂ ਦਾ ਪਿਆਰ ਜਿਹੜਾ ਹੈਗਾ ਉਹ ਹੋ ਜਾਂਦਾ। ਔਰ ਬੇਸ਼ੱਕ ਅਸੀਂ ਫਿਜ਼ੀਕਲ ਤੌਰ ਤੇ ਇੱਕ ਦੂਸਰੇ ਦੇ ਲਾਗੇ ਨਹੀਂ ਹੁੰਦੇ, ਪਰ ਸਾਡੀ ਸੰਗਤੀ ਇੱਕ ਦੂਸਰੇ ਵਿੱਚ ਐਸੀ ਹੁੰਦੀ ਆ ਕਿ ਅਸੀਂ ਇੱਕ ਦੂਸਰੇ ਦੇ ਸਾਹਾਂ ਦੇ ਵਿੱਚ ਵਸਦੇ ਹਾਂ, ਇੱਕ ਦੂਸਰਾ ਯਾਦ ਕਰਦਾ ਸੀ, ਉਸਦੀ ਆਵਾਜ਼ ਨੂੰ ਸੁਣਦੇ ਹਾਂ, ਰਾਈਟ। ਸੋ ਪਰਮੇਸ਼ਵਰ ਦੇ ਆਤਮਾ ਨੇ ਕੀ ਕੀਤਾ, ਸਾਨੂੰ ਪਰਮੇਸ਼ਵਰ ਦੇ ਬੇਟੇ ਬੇਟੀਆਂ ਬਣਾ ਕੇ ਸਾਨੂੰ ਇੱਕ ਸਰੀਰ ਦਾ ਅੰਗ ਬਣਾ ਦਿੱਤਾ। ਜਿਸ ਤਰ੍ਹਾਂ ਸਾਡਾ ਸਰੀਰ ਇੱਕ ਰਹਿੰਦਾ, ਉਸੇ ਤਰ੍ਹਾਂ ਜਿਸ ਵੇਲੇ ਅਸੀਂ ਮਸੀਹ ਦੇ ਜਿਹੜੇ ਉਹ 3000 ਜਿਹੜੇ ਬੱਚੇ ਆਏ ਔਰ ਜਿਹੜੇ 120 ਪਹਿਲੇ ਸੀ, ਉਹ ਸਾਰਾ ਮਿਲ ਕੇ ਇੱਕ ਸਰੀਰ ਇਕੱਠੇ, ਉਹ ਇੰਨੀ ਇੱਕ ਦੂਸਰੇ ਦੀ ਫੈਲੋਸ਼ਿਪ ਲਾਈਕ ਕਰਦੇ ਸੀਗੇ ਕਿ ਉਹ ਹਰ ਰੋਜ਼ ਜਿਹੜੇ ਸੀ ਇੱਕ ਦੂਸਰੇ ਦੇ ਨਾਲ ਇਕੱਠੇ ਹੁੰਦੇ ਸੀਗੇ। ਔਰ ਇਬਰਾਨੀਆਂ 10:25 ਦੇ ਵਿੱਚ ਵੀ ਸਾਨੂੰ ਪ੍ਰਭੂ ਦਾ ਵਚਨ ਸਿਖਾਉਂਦਾ ਕਿ ਸਾਨੂੰ ਇੱਕ ਦੂਜੇ ਨਾਲ ਮਿਲਣਾ ਬੰਦ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਕੁਝ ਲੋਕ ਕਰਦੇ ਹਨ, ਸਗੋਂ ਸਾਨੂੰ ਇੱਕ ਦੂਜੇ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ, ਖਾਸ ਕਰਕੇ ਕਿ ਜਦੋਂ ਤੁਸੀਂ ਦੇਖ ਹੀ ਰਹੇ ਹੋ ਕਿ ਪ੍ਰਭੂ ਦਾ ਦਿਨ ਨੇੜੇ ਹੈ। ਜਿਸ ਤਰ੍ਹਾਂ ਦੇ ਹਾਲਾਤ ਆ, ਸਾਨੂੰ ਇਦਾਂ ਲੱਗਦਾ ਕਿ ਪ੍ਰਭੂ ਅੱਜ ਹੀ ਆ ਜਾਊਗਾ, ਜਿਸ ਤਰ੍ਹਾਂ ਦੇ ਹਾਲਾਤ ਆ, ਕਿਉਂਕਿ ਪ੍ਰਭੂ ਨੇ ਕਲੀਅਰਲੀ ਸਾਨੂੰ ਦੱਸਿਆ ਸੀ ਕਿ ਆਖਰੀ ਸਮੇਂ ਵਿੱਚ ਇਹ ਚਿੰਨ੍ਹ ਹੋਣਗੇ ਜੋ ਅਸੀਂ ਦੇਖ ਰਹੇ ਹਾਂ। ਔਰ ਪ੍ਰਭੂ ਦਾ ਵਚਨ ਕਹਿੰਦਾ ਕਿ ਇਹ ਸਮਾਂ ਕਿ ਸਾਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਜ਼ਰੂਰੀ ਹੈ। ਫੈਲੋਸ਼ਿਪ ਇਜ਼ ਵੈਰੀ ਇੰਪੋਰਟੈਂਟ। ਫੈਲੋਸ਼ਿਪ ਦੇ ਵਿੱਚ ਕੀ ਹੁੰਦਾ ਕਿ ਜਿਸ ਵੇਲੇ ਅਸੀਂ ਮਸੀਹ ਭੈਣ ਭਰਾ ਇਕੱਠੇ ਹੁੰਦੇ ਹਾਂ, ਤੁਸੀਂ ਨੋਟਿਸ ਕਰਕੇ ਦੇਖਿਆ ਹੋਣਾ ਕਿ ਸਾਡੀਆਂ ਗੱਲਾਂ ਦਾ ਵਿਸ਼ਾ ਪਰਮੇਸ਼ਵਰ ਹੁੰਦਾ, ਸਾਡਾ ਜਿਹੜਾ ਧਿਆਨ ਹੁੰਦਾ ਉਹ ਪ੍ਰਭੂ ਦੇ ਵਚਨਾਂ ਤੇ ਹੁੰਦਾ। ਮੇਰਾ ਖਿਆਲ ਨਹੀਂ ਕਿ ਅਸੀਂ ਭੈਣ ਭਰਾ ਕਦੇ ਇਕੱਠੇ ਹੋਈਏ ਤੇ ਸਾਡੀ ਗੱਲਬਾਤ ਵਿੱਚ ਪ੍ਰਭੂ ਔਰ ਪ੍ਰਭੂ ਦੇ ਕੰਮਾਂ ਦੀ ਗੱਲ ਨਾ ਹੋਈ ਹੋਵੇ। ਨਾਟ ਈਵਨ ਮੈਂ ਸੋਚਦਾ ਕਿ ਇੱਕ ਵੀ ਤੁਸੀਂ ਫੋਨ ਕਾਲ ਲਾ ਲਿਓ, ਉਹਦੇ ਵਿੱਚ ਇਹ ਹੋਊਗਾ ਨਹੀਂ ਕਿ ਅਸੀਂ ਆਪਣੇ ਪ੍ਰਭੂ ਦਾ ਨਾਮ ਦੂਸਰੇ ਨਾਲ ਸਾਂਝਾ ਨਾ ਕਰੀਏ, ਚਾਹੇ ਉਹ ਸਾਨੂੰ ਬਚਾਉਣ ਦੇ ਲਈ ਆ, ਚਾਹੇ ਉਹ ਸਾਡੇ ਤੇ ਹਾਲਾਤ ਇਦਾਂ ਦੇ ਆਏ ਆ, ਅਸੀਂ ਉਹਦੇ ਵਿੱਚ ਵੀ ਇਹ ਯਾਦ ਕਰਦੇ ਹਾਂ। ਔਰ ਇਸ ਦੇ ਨਾਲ ਕੀ ਹੁੰਦਾ, ਅਸੀਂ ਇੱਕ ਦੂਸਰੇ ਨੂੰ ਉਤਸ਼ਾਹ ਦਿੰਦੇ ਹਾਂ, ਅਸੀਂ ਇੱਕ ਦੂਸਰੇ ਨੂੰ ਇਨਕਰੇਜ ਕਰਦੇ ਹਾਂ। ਕੋਈ ਦੁੱਖ ਦੇ ਵਿੱਚ ਅਸੀਂ ਉਹਨੂੰ ਕਹਿੰਦੇ ਹਾਂ ਕਿ ਨਹੀਂ, ਸਾਡੇ ਪ੍ਰਭੂ ਨੇ ਦੇਖੋ ਵਿੰਡੋਆਂ ਟੁੱਟ ਗਈਆਂ, ਗੱਡੀਆਂ ਟੁੱਟ ਗਈਆਂ, ਪਰ ਜਿਹਨੂੰ ਸਾਡੀ ਭੈਣ ਸੁੱਖੀ ਸੇਫ ਆ, ਉਹ ਘਰੇ ਆ ਗਈ ਸਹੀ ਸਲਾਮਤ, ਰਾਈਟ। ਸੋ ਅਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਚਨ ਦੇ ਵਿੱਚੋਂ ਦੇਖਦੇ ਹਾਂ ਕਿ ਜਿਹੜੀ ਫੈਲੋਸ਼ਿਪ ਆ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਅਰਲੀ ਚਰਚ ਜਿਹੜੀ ਸੀ ਅਸੀਂ ਦੇਖ ਰਹੇ ਸੀ ਕਿ ਦੇ ਵਰ ਡਿਵੋਟਡ, ਉਹ ਹਰ ਰੋਜ਼ ਜਿਹੜੇ ਸੀਗੇ, ਵਰਸ 46 ਵਿੱਚ ਤੁਸੀਂ ਦੇਖ ਸਕਦੇ ਆ, ਅਗਰ ਤੁਸੀਂ ਵਰਸ 46 ਦੇਖੋਗੇ, ਹਰ ਦਿਨ ਉਹ ਇੱਕ ਮਨ ਹੋ ਕੇ ਮੰਦਿਰ ਵਿੱਚ ਇਕੱਠੇ ਹੁੰਦੇ ਸਨ, ਖੁਸ਼ੀ ਅਤੇ ਸੰਤੋਖ ਨਾਲ ਘਰਾਂ ਵਿੱਚ ਪ੍ਰੇਮ ਭੋਜ ਜਿਹੜਾ ਉਹ ਕਰਦੇ ਸੀਗੇ। ਉਹ ਜਿਹੜਾ ਪ੍ਰਭੂ ਨੇ ਅਗਲਾ ਸਾਨੂੰ ਹੁਕਮ ਦਿੱਤਾ ਸੀ, ਦੇ ਵਰ ਡਿਵੋਟਡ ਟੂ ਬ੍ਰੇਕਿੰਗ ਬ੍ਰੈਡਸ। ਬ੍ਰੇਕਿੰਗ ਬ੍ਰੈਡਸ ਕੀ ਆ? ਲਾਰਡ ਸਪਰ, ਜੋ ਅਸੀਂ ਪ੍ਰਭੂ ਭੋਜ ਕਰਦੇ ਆ। ਕਿਉਂ ਕਰਦੇ ਆ? ਅਸੀਂ ਉਸ ਦੇ ਵਿੱਚ ਯਾਦ ਕਰਦੇ ਹਾਂ ਕਿ ਸਾਡੇ ਪ੍ਰਭੂ ਨੇ ਆਪਣਾ ਸਰੀਰ ਜਿਹੜਾ ਸੀ ਸਾਡੇ ਲਈ ਤੋੜਿਆ, ਉਸਦੇ ਮਾਰ ਖਾਣ ਦੇ ਨਾਲ ਅਸੀਂ ਨਰੋਏ ਹੋਏ, ਉਸਦੇ ਖੂਨ ਬਹਾਉਣ ਦੇ ਨਾਲ ਸਾਡੇ ਪਾਪ ਮਾਫ ਹੋਏ।
ਔਰ ਇਹ ਪ੍ਰਭੂ ਭੋਜ ਦੀ ਗੱਲ ਹੋ ਰਹੀ ਆ, ਜੋ ਅਸੀਂ ਪ੍ਰਭੂ ਯਿਸੂ ਮਸੀਹ ਦੀ ਯਾਦ ਵਿੱਚ, ਜਦੋਂ ਪ੍ਰਭੂ ਯਿਸੂ ਮਸੀਹ ਨੇ ਲਾਸਟ ਸੱਪਰ ਕੀਤਾ ਤੇ ਉਸਨੇ ਸਾਨੂੰ ਹੁਕਮ ਦਿੱਤਾ ਕਿ ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਔਰ ਅੱਜ ਅਸੀਂ ਕਦੋਂ ਕਰਦੇ ਹਾਂ? ਅਸੀਂ ਫਸਟ ਸੰਡੇ ਆਫ ਦੀ ਮੰਥ ਜਿਹੜਾ ਅਸੀਂ ਕਰਦੇ ਹਾਂ। ਪਰ ਅਰਲੀ ਚਰਚ ਕਿਸ ਤਰ੍ਹਾਂ ਕਰਦੀ ਸੀ? ਅਰਲੀ ਚਰਚ ਤੁਸੀਂ ਦੇਖੋ, ਉਹ ਹਰ ਰੋਜ਼ ਜਿਹੜੇ ਸੀਗੇ ਉਹ ਮੰਦਿਰ ਵਿੱਚ ਇਕੱਠੇ ਹੁੰਦੇ ਸੀ, ਔਰ ਫਿਰ ਉਹ ਘਰਾਂ ਦੇ ਵਿੱਚ ਬੈਠ ਕੇ ਭੋਜਨ ਕਰਦੇ ਹੁੰਦੇ ਸੀ, ਸੰਗਤੀ ਕਰਦੇ ਹੁੰਦੇ ਸੀ, ਔਰ ਉਹ ਪ੍ਰਭੂ ਭੋਜ ਲੈਂਦੇ ਸੀ। ਪ੍ਰਭੂ ਭੋਜ ਕਿਉਂ ਲੈਂਦੇ ਸੀ? ਕਿਉਂਕਿ ਉਹ ਯਾਦ ਕਰਦੇ ਸੀ ਕਿ ਪ੍ਰਭੂ, ਅੱਜ ਅਸੀਂ ਇਹ ਜਿਹੜੇ ਭੈਣ ਭਰਾ ਇਸ ਕਰਕੇ ਇਕੱਠੇ ਬੈਠੇ ਹਾਂ ਕਿ ਤੁਸੀਂ ਆਪਣਾ ਖੂਨ ਬਹਾਇਆ, ਤੁਸੀਂ ਸਾਨੂੰ ਇੱਕ ਕੀਤਾ, ਤੁਹਾਡੇ ਕਰਕੇ ਅਸੀਂ ਇੱਕ ਹੋਏ ਹਾਂ, ਤੁਸੀਂ ਸਾਨੂੰ ਬਚਾਇਆ, ਤੁਸੀਂ ਸਾਡੇ ਪਾਪਾਂ ਨੂੰ ਮਾਫ ਕੀਤਾ, ਤੁਹਾਡੇ ਕਰਕੇ ਸਾਨੂੰ ਹਮੇਸ਼ਾ ਦਾ ਜੀਵਨ ਮਿਲਿਆ। ਸੋ ਲਾਸਟ ਸੱਪਰ ਜਿਹੜਾ ਸੀਗਾ, ਲਾਰਡ ਸੱਪਰ, ਉਹ ਸਾਨੂੰ ਯਾਦ ਕਰਾਉਂਦਾ ਕਿ मेरे लिए आया, मेरे लिए जिया, मेरे लिए यीशु ने दुख उठाया, मेरे लिए मारा गया, मेरे लिए गाड़ा गया, मेरे लिए मारा गया, मेरे लिए गाड़ा गया, मेरे लिए फिर जी उठा, मेरा है मसीह, मैं मसीह का हूँ, हम मसीह के हैं, खुशी खुशी मनाओ, खुशी खुशी मनाओ, बोलो बोलो मसीहा की जय जय जय, बोलो प्रभु यीशु मसीह की जय। ਸਾਡੇ ਲਈ ਆਇਆ, ਸਾਨੂੰ ਜੀਵਨ ਦੇਣ ਦੇ ਲਈ, ਔਰ ਉਹ ਸਾਨੂੰ ਯਾਦ ਕਰਾਉਂਦਾ ਕਿ ਅਸੀਂ ਕਿੰਨਾ ਸ਼ੁਕਰਗੁਜ਼ਾਰ ਰਹੀਏ। ਅੱਜ ਸਾਡੀ ਕਲੀਸਿਆ ਨੇ ਕਿੰਨੀਆਂ ਸ਼ੁਕਰਗੁਜ਼ਾਰੀਆਂ ਕੀਤੀਆਂ। ਪ੍ਰਭੂ ਤੂੰ ਸਾਨੂੰ ਪ੍ਰੋਟੈਕਟ ਕੀਤਾ। ਪ੍ਰਭੂ ਹਾਲਾਤ ਐਸੇ ਸੀ, ਮੇਰੀ ਭੈਣ ਕਹਿੰਦੀ ਵੀ ਮੇਰੀਆਂ ਲੱਤਾਂ ਕੰਬਦੀਆਂ ਪਈਆਂ ਸੀ, ਪਰ ਪ੍ਰਭੂ ਤੂੰ ਮੇਰੇ ਨਾਲ ਸੀ, ਤੂੰ ਮੇਰੀ ਗੱਡੀ ਨੂੰ ਕੁਛ ਨਹੀਂ ਹੋਣ ਦਿੱਤਾ। ਪ੍ਰਭੂ ਮੈਂ ਤੇਰਾ ਸ਼ੁਕਰ ਕਰਦੀ। ਸੋ ਉਹ ਇਕੱਠੇ ਹੁੰਦੇ ਸੀ, ਔਰ ਪ੍ਰਭੂ ਚਾਹੁੰਦਾ ਕਿ ਅਸੀਂ ਵੀ ਇਸ ਤਰ੍ਹਾਂ ਇਕੱਠੇ ਹੋਈਏ। ਪ੍ਰਭੂ ਚਾਹੁੰਦਾ ਕਿ, ਮੈਂ ਸੋਚਦਾ ਜਿਸ ਵੇਲੇ ਮੈਂ ਵਚਨ ਦੀ ਤਿਆਰੀ ਕਰ ਰਿਹਾ ਸੀ, ਮੈਂ ਸੋਚਦਾ ਸੀ ਕਿ ਅਸੀਂ ਜਦੋਂ ਘਰਾਂ ਵਿੱਚ ਭੈਣ ਭਰਾ ਇਕੱਠੇ ਹੋ ਕੇ ਮੀਲ ਕਰਦੇ ਹਾਂ, ਅਸੀਂ ਕਿੰਨੀ ਵਾਰੀ ਲਾਰਡ ਸੱਪਰ ਇਕੱਠੇ ਬੈਠ ਕੇ ਲਿਆ। ਇਟ ਇਜ਼ ਗੁੱਡ ਟੂ ਡੂ ਦੈਟ, ਕਿ ਵੀ ਜਿਸ ਵੇਲੇ ਅਸੀਂ ਭੈਣ ਭਰਾ ਇਕੱਠੇ ਹੁੰਦੇ, ਅਸੀਂ ਸਾਰੇ ਬੈਠ ਕੇ ਅਸੀਂ ਲਾਰਡ ਸੱਪਰ ਲੈਂਦੇ ਹਾਂ, ਅਸੀਂ ਪ੍ਰਭੂ ਨੂੰ ਯਾਦ ਕਰਦੇ ਕਿ ਹਾਂ ਪ੍ਰਭੂ, ਅੱਜ ਦੇਖ ਸਾਡੇ, ਅਸੀਂ ਸਰੀਰਕ ਭੈਣ ਭਰਾ ਹੀ ਨਹੀਂ ਰਹੇ, ਹੁਣ ਅਸੀਂ ਆਤਮਿਕ ਭੈਣ ਭਰਾ ਹੋ ਗਏ ਹਾਂ, ਹੁਣ ਸਾਨੂੰ ਮੌਤ ਵੀ ਜਿਹੜੀ ਹੈਗੀ ਆ ਉਹ ਅਲੱਗ ਨਹੀਂ ਕਰ ਪਾਊਗੀ। ਪ੍ਰਭੂ ਤੇਰਾ ਸ਼ੁਕਰ ਕਰਦੇ। ਔਰ ਫੋਰਥ ਜਿਹੜਾ ਸੀਗਾ ਪਿਲਰ ਅਸੀਂ ਦੇਖਦੇ ਹਾਂ, ਉਹ ਹੈਗਾ they were devoted to pray, they were devoted to pray। ਅਰਲੀ ਚਰਚ ਦੇ ਵਿੱਚ ਤੁਸੀਂ ਬੁੱਕ ਆਫ ਐਕਟ ਦੇ ਵਿੱਚ ਅਗਰ ਦੇਖੋਗੇ, ਤੁਸੀਂ ਇੱਕ ਚੀਜ਼ ਦੇਖੋਗੇ ਬਹੁਤ, ਕਿ ਉਹ ਚਰਚ ਜਿਹੜੀ ਸੀ ਪ੍ਰਾਰਥਨਾ ਕਰਨ ਵਾਲੀ ਚਰਚ ਸੀ। ਪਰ ਪ੍ਰਾਰਥਨਾ ਵੀ ਕਿੱਦਾਂ ਹੁੰਦੀ ਸੀ? ਇਹ ਨਹੀਂ ਕਿ ਵੀ ਚਲੋ ਜੀ ਮੈਂ ਆਪਣੇ ਘਰੇ ਬੈਠ ਕੇ ਕਰ ਲੂੰਗਾ, ਸਾਰੇ ਇਕੱਠੇ ਹੋ ਕੇ ਕਰਦੇ ਸੀ। ਜਿਸ ਵੇਲੇ ਮੈਂ ਆਪਣੇ ਬਾਈਬਲ ਕਾਲਜ ਵਿੱਚ ਸੀ, ਅਸੀਂ ਜਿੰਨੇ ਵੀ ਸਟੂਡੈਂਟ ਸੀ, ਸਾਡਾ ਇੱਕ ਉੱਪਰ ਰੂਮ ਬਣਿਆ ਹੁੰਦਾ ਸੀ, ਟਾਵਰ ਨੂੰ ਕਹਿੰਦੇ ਸੀ, ਉੱਪਰ ਚਲੇ ਜਾਂਦੇ ਸੀ, ਔਰ ਜਿਸ ਵੇਲੇ ਸਾਰੇ ਲੋਕ ਉੱਥੇ ਮਿਲ ਕੇ ਦੁਆ ਕਰਦੇ ਸੀ ਨਾ, ਤੇ ਉਹ ਕਮਰਾ ਜਿੱਦਾਂ ਗੂੰਜਦਾ ਹੁੰਦਾ, ਉਹ ਕਮਰਾ ਗੂੰਜਦਾ ਸੀਗਾ। ਤੇ ਅਬਾਊਟ 150 to 200 ਮੀਟਰਸ ਦੇ ਉੱਪਰ ਜੀਟੀ ਰੋਡ ਸੀ। ਅਗਰ ਕੋਈ ਬੰਦਾ ਜੀਟੀ ਰੋਡ ਤੇ ਉੱਪਰ ਖੜ ਕੇ ਉੱਥੋਂ ਸੁਣੇ, ਤਾਂ ਉਸਨੂੰ ਇੱਦਾਂ ਆਵਾਜ਼ ਆਉਂਦੀ ਸੀ, ਬੂੰ 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 ਬੂੰ, ਏਦਾਂ ਆਵਾਜ਼ਾਂ ਆਉਂਦੀਆਂ ਸੀ। ਐਂਡ ਮੈਂ ਦੇਖਿਆ ਕਿ ਪੂਰੇ ਜੋਸ਼ ਨਾਲ ਜਿਹੜੇ ਸੀ ਨਾ, ਜਿੰਨੇ ਵੀ ਸਟੂਡੈਂਟ ਸੀ, ਅਸੀਂ ਜਿੰਨੇ ਵੀ ਸੀ, ਬੜੇ ਜੋਸ਼ ਨਾਲ ਪ੍ਰੇ ਕਰਦੇ ਸੀ। ਪਹਿਲਾਂ ਮੈਨੂੰ ਮੁਸ਼ਕਲ ਲੱਗਦਾ ਸੀ, ਕਿਉਂਕਿ ਅਸੀਂ ਯੂਜ਼ਡ ਟੂ ਸੀਗੇ ਕਿ ਇੱਕ ਜਣਾ ਦੁਆ ਕਰਦਾ, ਦੂਸਰਾ ਆਰਾਮ ਦੇ ਨਾਲ ਸੁਣੇ। ਮੈਨੂੰ ਹਫ਼ਤਾ 2 ਹਫ਼ਤੇ ਬੜੀ ਦਿੱਕਤ ਆਈ, ਪਰ ਉਸ ਤੋਂ ਬਾਅਦ ਫਿਰ ਮੈਂ ਦੇਖਿਆ ਕਿ ਬਸ ਮੇਰਾ ਧਿਆਨ ਬਸ ਪ੍ਰਭੂ ਵੱਲ ਲੱਗਾ। ਮੈਨੂੰ ਕੁਛ ਨਹੀਂ ਪਤਾ, ਕੋਈ ਢੋਲ ਵਜਾਉਂਦਾ ਪਿਆ ਕਿ ਕੋਈ ਕੀ ਕਰਦਾ ਪਿਆ, ਬਸ ਮੈਂ ਆਪਣੇ ਪ੍ਰਭੂ ਨੂੰ ਪੁਕਾਰਦਾ ਪਿਆ। ਔਰ ਪ੍ਰਭੂ ਫਿਰ ਮੇਰੇ ਜਿਹੜੇ ਸੀਗੇ, ਉਹ ਮੇਰੀ ਏਦਾਂ ਦੀ ਬਣ ਗਈ ਅਟੈਂਸ਼ਨ ਕਿ ਵੀ ਜੇ ਆਲੇ ਦੁਆਲੇ ਖੜਕਾ ਵੀ ਹੁੰਦਾ ਤੇ ਆਈ ਕੈਨ ਜਸਟ ਕੰਟੀਨਿਊ, ਮੈਂ ਦੁਆ ਦੇ ਵਿੱਚ ਇਕੱਠਾ ਹੋ ਕੇ ਜਿਹੜਾ ਨਾ ਉਹ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰ ਸਕਦਾ। ਸੋ they devoted themselves to prayer. Remember, no prayer, no power. Less prayer, less power. More prayer, more power. ਔਰ ਜਿੰਨਾ ਅਸੀਂ ਤੇਲ ਆਪਣੀ ਗੱਡੀ 'ਚ ਪਾਵਾਂਗੇ ਨਾ, ਓਡੀ ਕੀ ਦੂਰ ਸਾਡੀ ਗੱਡੀ ਜਾਊਗੀ। ਜੇ ਤੁਸੀਂ 50 ਸੈਂਟ ਦਾ ਲੀਟਰ ਭਰਾਓਗੇ ਨਾ, ਤੇ ਤੁਹਾਡੀ ਗੱਡੀ ਥੋੜੀ ਜਿਹੀ ਦੂਰ ਜਾ ਕੇ ਖੜ ਜਾਣੀ। ਪਰ ਅਗਰ ਤੁਸੀਂ ਟੈਂਕ ਫੁੱਲ ਕਰਾ ਲਿਆ, ਤਾਂ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ।
ਔਰ ਦ ਮੋਰ ਪ੍ਰੇਅਰ ਇਜ਼, ਜਿੱਦਾਂ ਸਾਡਾ ਟੈਂਕ ਫੁੱਲ ਹੋ ਗਿਆ। ਕਿਉਂ? ਕਿਉਂਕਿ ਅਸੀਂ ਪ੍ਰਭੂ ਦੀ ਪ੍ਰੈਜ਼ੈਂਸ, ਪ੍ਰੇਅਰ ਕੀ ਹੈਗੀ ਆ? ਪ੍ਰੇਅਰ ਇਜ਼ ਟਾਕਿੰਗ ਟੂ ਗਾਡ। ਔਰ ਅਰਲੀ ਚਰਚ ਵਿੱਚ ਅਸੀਂ ਦੇਖਦੇ ਸੀ ਕਿ ਜਦੋਂ ਪ੍ਰਾਰਥਨਾ ਹੁੰਦੀ ਸੀ ਤਾਂ ਚਿੰਨ੍ਹ ਤੇ ਚਮਤਕਾਰ ਹੁੰਦੇ ਸੀ। ਕਿਉਂ? ਕਿਉਂਕਿ ਪ੍ਰਾਰਥਨਾ ਹੁੰਦੀ ਸੀ। ਪਤਰਸ ਦੇ ਲਈ ਪ੍ਰਾਰਥਨਾ ਕਰਦੇ ਪਏ ਆ ਕਿ ਪ੍ਰਭੂ ਜੀ ਪਤਰਸ ਜੇਲ੍ਹ ਦੇ ਵਿੱਚ ਆ, ਉਹਨਾਂ ਨੇ ਫੜ ਲਿਆ, ਔਰ ਉਹ ਦੁਆ ਕਰਦੇ ਪਏ ਆ। ਉਹਨਾਂ ਨੂੰ ਹਜੇ ਇਹ ਵੀ ਨਹੀਂਗਾ ਕਿ ਵੀ ਸਾਡੀ ਦੁਆ ਇੰਨੀ ਜਲਦੀ ਸੁਣੀ ਜਾਣੀ ਹੈ। ਪਤਰਸ ਆ ਕੇ ਦਰਵਾਜ਼ਾ ਖੜਕਾ ਰਿਹਾ। ਪ੍ਰੇਅਰ ਹੈਜ਼ ਅ ਪਾਵਰ। ਔਰ ਖੁਦਾਵੰਦ ਚਾਹੁੰਦਾ ਕਿ ਅਸੀਂ ਵੀ ਮਿਲ ਕੇ ਦੁਆ ਕਰੀਏ। ਇਹਨਾਂ ਦਿਨਾਂ ਵਿੱਚ ਖੁਦਾ ਨੇ ਸਾਨੂੰ ਬੜਾ ਸੋਹਣਾ ਸਮਾਂ ਦਿੱਤਾ। ਐਵਰੀ ਡੇ ਮੈਂ ਆਪਣੇ ਭੈਣਾਂ ਭਰਾਵਾਂ ਦਾ ਬੜਾ ਸ਼ੁਕਰ ਕਰਦਾ। ਐਵਰੀ ਡੇ 8 o'clock ਬੱਚੇ ਵੇਟ ਕਰਦੇ ਹੁੰਦੇ ਆ, 7:55 ਦੀ, ਕਈ ਤਾਂ 7:45 ਤੇ ਹੀ ਆਏ ਹੁੰਦੇ ਆ ਕਿ ਵੀ ਅਸੀਂ ਆਪਣਾ ਕੰਪਿਊਟਰ ਔਨ ਕਰੀਏ। ਔਰ ਖੁਦਾਵੰਦ ਇਹ ਚੀਜ਼ ਕਦੋਂ ਤੋਂ ਚਾਹੁੰਦਾ ਸੀਗਾ ਕਿ ਅਸੀਂ ਡੇਲੀ ਜਿਹੜੀ ਹੈਗੀ ਆ ਉਹ ਪ੍ਰਾਰਥਨਾ ਕਰੀਏ, ਡੇਲੀ ਪ੍ਰੇਅਰ ਦੇ ਵਿੱਚ ਅਸੀਂ ਇਕੱਠੇ ਹੋਈਏ। ਔਰ ਅਸੀਂ ਵੈਡਨਸਡੇ ਦੀ ਪ੍ਰੇਅਰ ਜਦੋਂ ਕਰਦੇ ਸੀ, ਸਾਡੀ ਇਹ ਡੀਪ ਡਿਜ਼ਾਇਰ ਸੀਗੀ ਕਿ ਵੀ ਭੈਣ ਭਰਾ ਹੋਰ ਵੀ ਸ਼ਾਮਲ ਹੋ ਸਕਣ। ਮੇਰੀ ਕੋਸ਼ਿਸ਼ ਹੁੰਦੀ ਸੀਗੀ ਕਿ ਮੈਂ ਹੁਣ ਹੋਰ ਘਰਾਂ ਦੇ ਵਿੱਚ ਵੀ ਪ੍ਰਾਰਥਨਾ ਰੱਖਾਂ ਤਾਂ ਜੋ ਉਹਨਾਂ ਨੂੰ ਵੀ ਜਿਹੜੀ ਆ ਪ੍ਰੇਅਰ ਕਰਨ ਦੀ ਲੱਗ ਜਵੇ ਲੱਤ, ਕਿ ਵੀ ਹਾਂ ਵੀ ਮੈਂ ਵੀ ਪ੍ਰੇਅਰ ਕਰਨੀ ਆ। ਪਰ ਫਿਰ ਵੀ ਨਹੀਂ ਆ ਸਕਦੇ ਸੀ। ਪਰ ਸ਼ੁਕਰ ਹੈ ਖੁਦਾਵੰਦ ਦਾ ਕਿ ਜ਼ੂਮ ਦੇ ਰਾਹੀਂ ਭੈਣ ਭਰਾ ਘਰੇ ਬੈਠ ਕੇ ਵੀ ਅਸੀਂ ਇੱਕ ਮਨ ਹੋ ਕੇ ਜਿਹੜੇ ਹੈਗੇ ਆ ਅਸੀਂ ਦੁਆ ਕਰ ਸਕਦੇ ਹਾਂ। ਪ੍ਰਭੂ ਨੇ ਸਾਨੂੰ ਲੋਕਡਾਊਨ ਦਿੱਤਾ, ਇਹ ਸਮਾਂ ਦਿੱਤਾ, ਔਰ ਪ੍ਰਭੂ ਨੇ ਇਸ ਸਮੇਂ ਦੇ ਵਿੱਚ ਸਾਨੂੰ ਐਸੀ ਬਰਕਤ ਦਿੱਤੀ ਕਿ ਜਿਹੜੀ ਡੇਲੀ ਫੈਲੋਸ਼ਿਪ ਆ ਉਹਦੇ ਵਿੱਚ ਤੁਸੀਂ ਸੁਣਿਆ ਹੋਣਾ ਭੈਣ ਭਰਾਵਾਂ ਜਿਨ੍ਹਾਂ ਦੇ ਲਈ ਦੁਆ ਹੋਈ ਆ, ਬਹੁਤਿਆਂ ਨੇ ਸ਼ੇਅਰ ਕੀਤਾ ਕਿ ਪ੍ਰਭੂ ਨੇ ਮੈਨੂੰ ਸ਼ਿਫਾ ਦੇ ਦਿੱਤੀ ਆ। ਤੁਸੀਂ ਕੱਲ ਦੁਆ ਕੀਤੀ ਸੀ, ਮੈਂ ਠੀਕ ਹਾਂ, ਮੇਰੀ ਆਹ ਦੁਆ ਜਿਹੜੀ ਸੀ ਉਹ ਸੁਣੀ ਗਈ ਆ। ਔਰ ਮੈਂ ਤੁਹਾਨੂੰ ਯਾਦ ਕਰਾਉਣਾ ਮੰਗਦਾ, ਲੂਕ 18 ਦੇ ਵਿੱਚ ਪ੍ਰਭੂ ਨੇ ਕਿਹਾ ਸੀ ਕਿ ਸਾਨੂੰ ਮੰਗਦੇ ਰਹਿਣਾ ਚਾਹੀਦਾ, ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਬੇਸ਼ੱਕ ਕਿਸੇ ਦੁਆ ਨੂੰ ਟਾਈਮ ਲੱਗ ਸਕਦਾ, ਪਰ ਪ੍ਰਭੂ ਨਹੀਂ ਚਾਹੁੰਦਾ ਕਿ ਅਸੀਂ ਕੁਇਟ ਕਰ ਦਈਏ। ਪ੍ਰਭੂ ਨਹੀਂ ਚਾਹੁੰਦਾ ਕਿ ਅਸੀਂ ਉਦਾਸ ਹੋ ਜਾਈਏ। ਪ੍ਰਭੂ ਚਾਹੁੰਦਾ ਕਿ ਅਗਰ ਬੁਰਾ ਜੱਜ ਜਿਹੜਾ ਉਹ ਵਿਧਵਾ ਔਰਤ ਦੀ ਸੁਣ ਸਕਦਾ, ਤੇ ਮੈਂ ਤੁਹਾਡਾ ਚੰਗਾ ਪਰਮੇਸ਼ਵਰ ਹਾਂ, ਮੈਂ ਤੁਹਾਡੀ ਕਿਉਂ ਨਹੀਂ ਸੁਣਾਂਗਾ। ਔਰ ਦੇਖੋ ਇਹਨਾਂ 4 ਮੇਨ ਪਿਲਰਸ ਦੇ ਨਾਲ ਕੀ ਹੋਇਆ? they were devoted, they were fully committed to do these। ਔਰ ਫਿਰ ਕੀ ਹੋਇਆ? ਵਚਨ ਦੇ ਵਿੱਚ ਲਿਖਿਆ ਕਿ 47 ਆਇਤ ਵਿੱਚ ਲਿਖਿਆ ਕਿ ਪ੍ਰਭੂ ਪਰਮੇਸ਼ਵਰ ਮੁਕਤੀ ਪ੍ਰਾਪਤ ਕਰਨ ਵਾਲਿਆਂ ਨੂੰ ਹਰ ਦਿਨ ਉਹਨਾਂ ਵਿੱਚ ਮਿਲਾ ਦਿੰਦਾ ਸੀ। ਇਹਦੇ ਨਾਲ ਕੀ ਹੋਇਆ ਕਿ ਦਿਨ ਬੇ ਦਿਨ ਜਿਹੜੀ ਸੀ ਨਾ ਪ੍ਰਭੂ ਦੇ ਜਿਹੜਾ ਸਰੀਰ ਸੀ ਉਹਦੇ ਵਿੱਚ ਵਾਧਾ ਹੋ ਰਿਹਾ ਸੀ। ਚਰਚ ਅਗਰ ਅੱਜ ਅਸੀਂ ਚਾਹੁੰਦੇ ਹਾਂ ਕਿ ਪ੍ਰਭੂ ਕੈਲਗਰੀ ਪੰਜਾਬੀ ਕ੍ਰਿਸਚੀਅਨ ਚਰਚ ਵਿੱਚ ਵਾਧਾ ਕਰੇ, ਅਗਰ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਦਾ ਅਰਲੀ ਚਰਚ ਸੀਗੀ ਉਸ ਤਰ੍ਹਾਂ ਦੀ ਸਾਡੀ ਚਰਚ ਹੋਵੇ, ਤਾਂ ਵੀ ਨੀਡ ਟੂ ਵਰਕ ਔਨ ਦੋਜ਼। ਪਰਮੇਸ਼ਵਰ ਦਾ ਆਤਮਾ ਤਿਆਰ ਆ ਸਾਡੀ ਮਦਦ ਕਰਨ ਨੂੰ, ਪਰ ਸਾਨੂੰ ਉਹਨਾਂ ਦੇ ਉੱਪਰ ਕੰਮ ਕਰਨਾ ਪੈਣਾ। ਸਾਨੂੰ ਆਪਣਾ ਟਾਈਮ ਜਿਹੜਾ ਹੈਗਾ ਉਹ ਅਲੱਗ ਕਰਨਾ ਪੈਣਾ। ਅੱਜ ਅਸੀਂ ਪਰਮੇਸ਼ਵਰ ਦੇ ਨਾਲ ਵਾਅਦਾ ਕਰ ਸਕਦੇ ਹਾਂ, ਪਰਮੇਸ਼ਵਰ ਨੂੰ ਕਹਿ ਸਕਦੇ, ਜਿਸ ਤਰ੍ਹਾਂ ਉਹ ਡੈਡੀਕੇਟ ਸੀ, ਅਸੀਂ ਵੀ ਪਰਮੇਸ਼ਵਰ ਨੂੰ ਕਹਿ ਸਕਦੇ ਹਾਂ ਪਰਮੇਸ਼ਵਰ ਅੱਜ ਤੋਂ ਮੈਂ ਵਾਅਦਾ ਕਰਦਾ। ਪਰਮੇਸ਼ਵਰ ਜਿਹੜਾ ਅੱਜ ਤੋਂ ਸ਼ਾਮ ਨੂੰ ਜਿਹੜਾ 7 ਤੋਂ 8 ਦਾ ਸਮਾਂ, ਪਰਮੇਸ਼ਵਰ ਮੀਟਿੰਗ ਤੋਂ ਪਹਿਲਾਂ ਮੈਂ ਤੇਰੇ ਅੱਗੇ ਦੁਆ ਕਰੂੰਗੀ। ਮੈਂ ਪ੍ਰਭੂ ਜੀ ਅੱਧਾ ਘੰਟਾ ਬੈਠ ਕੇ ਤੇਰੇ ਨਾਲ ਦੁਆ ਕਰਕੇ ਮੈਂ ਮੀਟਿੰਗ ਦੇ ਵਿੱਚ ਜਾਣਾ। ਪ੍ਰਭੂ ਉਹ ਤੇਰਾ ਤੇ ਮੇਰਾ ਸਮਾਂ, ਫਿਰ ਮੈਂ ਮੀਟਿੰਗ ਦੇ ਵਿੱਚ ਜਾਣਾ, ਫਿਰ ਮੈਂ ਫੈਲੋਸ਼ਿਪ ਦੇ ਵਿੱਚ ਜਾਣਾ। ਸੋ ਵੀ ਕੈਨ ਮੇਕ ਏ ਕਮਿਟਮੈਂਟ। ਯੈਸ ਲੋਰਡ, ਅਸੀਂ ਜਿਹੜੀ ਵੈਡਨਸਡੇ ਦੀ ਪ੍ਰੇਅਰ ਮੀਟਿੰਗ ਅਸੀਂ ਸਾਰਿਆਂ ਨੇ ਅਟੈਂਡ ਕਰਨੀਆਂ, ਅਸੀਂ ਅਰਲੀ ਚਰਚ ਦੀ ਤਰ੍ਹਾਂ ਤੇਰੇ ਅੱਗੇ ਦੁਆਵਾਂ ਕਰਨੀਆਂ। ਅਰਲੀ ਚਰਚ ਨੇ ਦੁਆ ਕੀਤੀ ਸੀ ਕਿ ਪਿਤਾ ਹੁਣ ਇਹਨਾਂ ਦੀਆਂ ਧਮਕੀਆਂ ਨੂੰ ਤੂੰ ਦੇਖ, ਹਨਾ, ਤੇਰੇ ਦਾਸ ਯਸੂ ਦੇ ਨਾਮ ਦੇ ਵਿੱਚ ਚਿੰਨ੍ਹ ਤੇ ਚਮਤਕਾਰ ਹੋਣ। ਔਰ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਉਹ ਦੁਆ ਕਰ ਹਟੀ ਤਾਂ ਉਹ ਜਗ੍ਹਾ ਜਿਹੜੀ ਸੀ ਉਹ ਹਿੱਲ ਗਈ। ਜਿਸ ਵੇਲੇ ਪ੍ਰਭੂ ਦੇ ਬੱਚੇ ਪ੍ਰਭੂ ਦੀ ਇੱਛਾ ਦੇ ਅਨੁਸਾਰ ਮੰਗਦੇ ਆ, ਪ੍ਰਭੂ ਚਮਤਕਾਰ ਕਰਦਾ। ਔਰ ਮੇਰੀ ਤੁਹਾਡੇ ਅੱਗੇ ਬੇਨਤੀ ਆ ਕਿ ਜੋ ਪ੍ਰਭੂ ਨੇ ਇਹਨਾਂ ਦਿਨਾਂ ਵਿੱਚ ਸਿਖਾਇਆ, ਜੋ ਸਾਡੀ ਡੇਲੀ ਪ੍ਰੇਅਰ ਚੱਲਦੀ ਆ, ਜਦੋਂ ਲਾਈਫ ਨਾਰਮਲ ਹੋਵੇ ਤਾਂ ਫਿਰ ਵੀ ਇਸ ਨੂੰ ਭੁੱਲਿਓ, ਫਿਰ ਵੀ ਇਸ ਨੂੰ ਆਪਣੀ ਜ਼ਿੰਦਗੀ ਦਾ ਪਾਰਟ ਉਦਾਂ ਹੀ ਰੱਖਿਓ। ਕਿਉਂ? ਮੋਰ ਪ੍ਰੇਅਰ ਮੋਰ ਪਾਵਰ, ਲੈਸ ਪ੍ਰੇਅਰ ਲੈਸ ਪਾਵਰ। ਸੋ ਖੁਦਾਵੰਦ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ, ਬਰਕਤ ਦੇਵੇ। ਔਰ ਇਹਨਾਂ 4 ਪਿਲਰਸ ਦੇ ਰਾਹੀਂ ਅਸੀਂ ਦੁਆ ਕਰਦੇ ਹਾਂ ਕਿ ਨਾ ਸਿਰਫ ਕੈਲਗਰੀ ਪੰਜਾਬੀ ਚਰਚ ਬਲਕਿ ਸਾਰੇ ਸੰਸਾਰ ਦੀਆਂ ਚਰਚਸ ਅਰਲੀ ਚਰਚ ਦੀ ਤਰ੍ਹਾਂ ਫੁੱਲੀ ਇੱਕ ਮਨ ਹੋ ਕੇ ਵਚਨ ਦੇ ਵਿੱਚ ਅਸੀਂ ਜਿਹੜੇ ਦੂਸਰੇ ਹਿੱਸੇ ਸੀਗੇ 46-47 ਵਿੱਚ, ਕਿ ਉਹਨਾਂ ਨੇ ਤਾਂ ਆਪਣਾ ਸਾਰਾ ਕੁਝ ਵੇਚ ਕੇ ਇੱਕ ਦੂਸਰੇ ਦੇ ਲਈ ਰੱਖ ਦਿੱਤਾ ਕਿ ਜਿਸ ਨੂੰ ਜ਼ਰੂਰਤ ਆ ਉਸ ਨੂੰ ਦੇ ਦਿੱਤਾ ਜਾਵੇ। ਇੱਕ ਮਨ, ਇੱਕ ਸੋਚ ਹੋ ਕੇ। ਔਰ ਐਸਾ ਹੀ ਖੁਦਾਵੰਦ ਅੱਜ ਦੁਨੀਆ ਭਰ ਦੀ ਚਰਚ ਨੂੰ, ਯੂਨੀਵਰਸਲ ਚਰਚ ਨੂੰ ਕਰਦੇ
ਕਿ ਅਸੀਂ ਇੱਕ ਹੋ ਕੇ ਆਪਣੇ ਪ੍ਰਭੂ ਦਾ ਨਾਮ ਦੁਨੀਆ ਦੇ ਕੋਨੇ-ਕੋਨੇ ਤੱਕ ਲੈ ਕੇ ਜਾ ਸਕੀਏ। ਗੋਡ ਬlesਸ ਯੂ। ਖੁਦਾਵੰਦ ਤੁਹਾਡੇ ਸਭ ਦੇ ਨਾਲ ਬਣਿਆ ਰਹੇ।